ਮਾਰਕਿੰਗ ਕੀਤੀ ਗਈ ਆ, ਨੰਬਰਿੰਗ ਲਗਾਈ ਗਈ ਆ, ਚੌਕ ਦੇ ਨਾਲ ਲਗਾਈ ਗਈ ਆ, ਪੇਂਟ ਨਾਲ ਨਹੀਂ ਹੋਣੀ ਚਾਹੀਦੀ ਸੀ ਇਹ? ਹੋਣੀ ਚਾਹੀਦੀ ਸੀ ਜੀ, ਇਹਦਾ ਪਤਾ ਹੀ ਨਹੀਂ ਲੱਗਦਾ। ਹੁਣ 1-2 ਦਿਨ 'ਚ ਮਿਟ ਜਾਣੀ ਹੈ ਜੀ, ਇਹ ਪਤਾ ਨਹੀਂ ਲੱਗਣਾ ਇਹਦਾ ਕੁਝ। ਕਿ ਅਗਰ ਸਾਰੀਆਂ ਸ਼ਾਪਸ ਖੁੱਲ੍ਹਦੀਆਂ ਨੇ ਤਾਂ ਇਸ ਜਗ੍ਹਾ ਤੇ ਮਾਰਕੀਟ ਦੇ ਵਿੱਚ ਲੋਕ ਬਹੁਤ ਜ਼ਿਆਦਾ ਆਉਣਗੇ, ਇਕੱਠ ਹੋਊਗਾ ਤੇ ਕਰੋਨਾ ਦੇ ਫੈਲਣ ਦਾ ਖਤਰਾ ਬਹੁਤ ਜ਼ਿਆਦਾ ਵੱਧ ਜਾਊਗਾ। मतलब कि बस है कोरोना है नहीं गा, ठेके कोरोना नहीं हैगा, दुकानदार को कोरोना हैगा। ਸਰਕਾਰ ਨੂੰ ਚਾਹੀਦਾ ਜਿਹੜੀਆਂ ਇਹ ਪਲੈਨਿੰਗਾਂ ਕਰਦੀ ਹੈ, ਲੋਕਡਾਊਨ ਲਾਓ ਜਾਂ ਸ਼ਨੀਵਾਰ ਐਤਵਾਰ ਬੰਦ ਕਰੋ, ਕੋਈ ਇਦਾਂ ਦਾ ਵਿਚਾਰ ਵਾਸਤੇ ਨਹੀਂ ਕੋਈ ਕਮੇਟੀ ਬਿਠਾਈ ਜਾਂਦੀ ਜਿਹਦੇ ਵਿੱਚੋਂ ਦੱਸਣ ਕਿ ਬਿਜ਼ਨਸਮੈਨ ਦੁਕਾਨਦਾਰਾਂ ਦਾ ਕਿਰਾਇਆ ਕੋਈ ਮਾਫ ਕਰ ਦਿਓ, ਕੋਈ ਬਿਜਲੀ ਮਾਫ ਕਰ ਦਿਓ, ਕੋਈ ਟੈਕਸ ਦੇ ਵਿੱਚ ਰਿਆਇਤਾਂ ਦੇ ਦਿਓ, ਕਿ ਇਸ ਪਾਸੇ ਕੋਈ ਵਿਚਾਰ ਵਟਾਂਦਰਾ ਨਹੀਂ ਹੈ। ਅੱਗੇ ਸ਼ਨੀ ਐਤਵਾਰ ਪਹਿਲਾਂ ਹੀ ਬੰਦ ਹੋਇਆ ਪਿਆ ਸੀ, ਹੁਣ ਕਹਿੰਦੇ ਕਈ ਦੁਕਾਨਾਂ 2 ਦਿਨ ਖੁੱਲ੍ਹਣੀਆਂ, ਕਈ ਦੁਕਾਨਾਂ 3 ਦਿਨ ਖੁੱਲ੍ਹਣੀਆਂ। ਇਸ ਚੀਜ਼ ਦਾ ਬੈਨੀਫਿਟ ਹੀ ਨਹੀਂ, ਤਾਂ ਚੰਗਾ ਪੱਕਾ ਹੀ ਬੰਦ ਕਰ ਦਿਓ। ਜੇ ਬੰਦੇ ਨੇ ਸ਼ਨੀਵਾਰ ਐਤਵਾਰ ਦੁਕਾਨਾਂ ਬੰਦ ਕਰ ਦਿਓ, 15-16 ਦਿਨ ਦੁਕਾਨਾਂ ਖੋਲ੍ਹਣੀਆਂ, ਕਵੇ 15-16 ਦਿਨ ਦਾ ਕਿਰਾਇਆ ਦਿਓ ਮਕਾਨ ਮਾਲਕ ਨੂੰ, ਕਵੇ 15-16 ਦਿਨ ਦਾ ਬਿਜਲੀ ਦਾ ਬਿੱਲ ਦਿਓ। ਇਹਦਾ ਕੀ ਕਹਿਣਾ? 30 ਦਿਨ ਦੀ ਤਨਖਾਹਾਂ ਵੀ ਦੇਣੀਆਂ, 30 ਦਿਨ ਦੇ ਅਸੀਂ ਬਿਜਲੀ ਦੇ ਬਿੱਲ ਵੀ ਦੇਣੇ ਤੇ 30 ਦਿਨ ਦੇ ਕਿਰਾਏ ਵੀ ਦੇਣੇ। ਗਲਾ ਤਾਂ ਸਾਡਾ ਕੁੱਟਿਆ ਗਿਆ। ਠੇਕਿਆਂ ਤੋਂ ਰੈਵਨਿਊ ਆਉਂਦਾ, ਬਾਕੀ ਦੁਕਾਨਦਾਰਾਂ ਦੇ ਰੈਵਨਿਊ ਦੀ ਕੋਈ ਪਰਵਾਹ ਨਹੀਂ ਹੈ, ਉਹਨਾਂ ਦਾ ਕੋਈ ਫਰਕ ਨਹੀਂ ਹੈ। ਸਰਕਾਰ ਨੇ ਆਪਣੇ ਇਲਾਜ 'ਚ ਵੇਖਣਾ, ਸਿਰਫ ਸਰਕਾਰ ਨੂੰ ਪਬਲਿਕ ਨਾਲ ਕੋਈ ਮਤਲਬ ਨਹੀਂ ਹੈ। ਜਾਂ ਤਾਂ ਇਹਨੂੰ ਪੂਰਨ ਤੌਰ ਤੇ ਬੰਦ ਕਰ ਦਿਓ ਜਾਂ ਪੂਰਨ ਤੌਰ ਤੇ ਖੋਲ ਦਿਓ। ਵਪਾਰੀ ਇਸ ਟਾਈਮ ਬੜਾ ਦੁਖੀ ਹੈ, ਤਬਾਹੀ ਦਾ ਕਗਾਰ ਤੇ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ ਤੇ ਮੈਂ ਹਾਂ ਗੁਰਦੀਪ ਸਿੰਘ ਲੰਮੇ। ਪੰਜਾਬ ਸਰਕਾਰ ਦੇ ਵੱਲੋਂ ਔਡ ਈਵਨ ਦੇ ਹਿਸਾਬ ਦੇ ਨਾਲ ਖੁੱਲ੍ਹਣ ਗਿਆ, ਲੇਕਿਨ ਜਿਹੜੀਆਂ ਦੁਕਾਨਦਾਰਾਂ ਦੇ ਵਿੱਚ ਬਹੁਤ ਕਨਫਿਊਜ਼ਨ ਦੇਖਣ ਨੂੰ ਮਿਲ ਰਹੀ ਹੈ ਕਿ ਔਡ ਤੇ ਈਵਨ ਕਿਸ ਤਰੀਕੇ ਦੇ ਨਾਲ ਓਪਨ ਕੀਤੀ ਜਾਵੇਗੀ। ਤਾਂ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਕਿ ਕਿਸ ਤਰੀਕੇ ਦੇ ਨਾਲ ਮਾਰਕਿੰਗ ਕੀਤੀ ਗਈ ਹੈ। ਤਾਂ ਮਾਰਕਿੰਗ ਕੀਤੀ ਗਈ ਹੈ ਤਾਂ ਤੁਸੀਂ ਦੇਖੋ, ਇਸ ਨੂੰ ਜਿਹੜੀ ਮਾਰਕਿੰਗ ਕੀਤੀ ਆ ਚੌਕ ਨਾਲ ਕੀਤੀ ਹੋਈ ਹੈ। ਇਸ ਨੂੰ ਮਿਟਾ ਕੇ ਚਾਹੇ ਕੋਈ ਵੀ 1 ਦਾ 2 ਕਰ ਲਵੇ, 2 ਦਾ 3 ਕਰ ਲਵੇ, ਤਾਂ ਇਹ ਟੈਂਪਰੇਰੀ ਹੈ। ਤਾਂ ਇਸ ਨੂੰ ਮਿਟਾ ਕੇ ਕੁਝ ਵੀ ਕਿਸੇ ਵੀ ਤਰੀਕੇ ਦੇ ਨਾਲ ਕੋਈ ਨੰਬਰਿੰਗ ਜਿਹੜੀ ਹੈ ਲਿਖੀ ਜਾ ਸਕਦੀ ਹੈ। ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੀ ਨੰਬਰਿੰਗ ਲਗਾਈ ਗਈ ਹੈ, ਚੌਕ ਦੇ ਨਾਲ ਲਗਾਈ ਗਈ ਹੈ। ਸੋ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਕਿ ਅਗਰ ਇਸ ਤਰੀਕੇ ਦੇ ਨਾਲ ਹੀ ਚੌਕ ਦੇ ਨਾਲ ਹੀ ਨੰਬਰਿੰਗ ਲਿਖੀ ਜਾਵੇਗੀ ਬਾਰ-ਬਾਰ, ਤਾਂ ਇਸ ਨੂੰ ਮਿਟਾ ਕੇ ਦੁਬਾਰਾ ਕੋਈ ਹੋਰ ਨੰਬਰਿੰਗ ਵੀ ਕੀਤੀ ਜਾ ਸਕਦੀ ਹੈ। ਇਹ ਹਰੇਕ ਦੁਕਾਨ ਦੇ ਉੱਤੇ ਇਸ ਤਰੀਕੇ ਦੇ ਨਾਲ ਹੀ ਲਿਖਿਆ ਹੋਇਆ, ਚੌਕ ਦੇ ਨਾਲ ਲਿਖਿਆ ਹੋਇਆ ਹੈ। ਕਈ ਇਲਾਕਿਆਂ ਦੇ ਵਿੱਚ ਪੇਂਟ ਦੇ ਨਾਲ ਲਿਖਿਆ ਗਿਆ ਹੈ, ਪੇਂਟ ਲਗਾਇਆ ਗਿਆ ਹੈ, ਦੁਕਾਨਾਂ ਜਿਹੜੀ ਨੰਬਰਿੰਗ ਕੀਤੀ ਗਈ ਹੈ। ਲੇਕਿਨ ਇਸ ਜਗ੍ਹਾ ਦੇ ਉੱਤੇ ਚੌੜਾ ਬਾਜ਼ਾਰ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਹਾਂ, ਘੰਟਾ ਘਰ ਦੇ ਕੋਲ। ਇੱਥੇ ਜਿਹੜੀ ਮਾਰਕਿੰਗ ਕੀਤੀ ਗਈ ਹੈ, ਨੰਬਰਿੰਗ ਕੀਤੀ ਗਈ ਹੈ, ਉਹ ਚੌਕ ਦੇ ਨਾਲ ਕੀਤੀ ਗਈ ਹੈ। ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਚੱਲ ਰਿਹਾ ਔਡ ਈਵਨ ਦਾ ਹਿਸਾਬ ਕਿਤਾਬ, ਜੋ ਸਰਕਾਰ ਦੇ ਵੱਲੋਂ ਗਾਈਡਲਾਈਨਸ ਕੀਤੀਆਂ ਗਈਆਂ ਸੀਗੀਆਂ ਜਾਰੀ ਕਿ ਨੰਬਰਿੰਗ ਲਗਾਈ ਜਾਊਗੀ, ਫਿਰ ਉਸ ਦੇ ਅਕੋਰਡਿੰਗ ਸ਼ਾਪਸ ਜਿਹੜੀਆਂ ਨੇ ਓਪਨ ਕੀਤੀਆਂ ਜਾਣਗੀਆਂ। ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਹਰ ਇੱਕ ਸ਼ਾਪ ਦੇ ਉੱਤੇ ਜਿਹੜੀ ਨੰਬਰਿੰਗ ਕੀਤੀ ਜ਼ਰੂਰ ਗਈ ਹੈ 1-2 ਕਰਕੇ, ਲੇਕਿਨ ਇਸ ਨੰਬਰਿੰਗ ਨੂੰ ਜੋ ਕੀਤਾ ਗਿਆ ਹੈ ਮਾਰਕ ਚੌਕ ਦੇ ਨਾਲ ਕੀਤਾ ਗਿਆ ਹੈ, ਇਹ ਪੇਂਟ ਦੇ ਨਾਲ ਨਹੀਂ ਕੀਤੀ ਗਈ। ਤਾਂ ਅਸੀਂ ਦੁਕਾਨਦਾਰਾਂ ਨਾਲ ਵੀ ਗੱਲਬਾਤ ਕਰਾਂਗੇ ਇਸ ਦੇ ਬਾਰੇ ਕਿ ਔਡ ਈਵਨ ਦੇ ਹਿਸਾਬ ਦੇ ਨਾਲ ਜੋ ਓਪਨ ਕੀਤੀਆਂ ਜਾ ਰਹੀਆਂ ਨੇ ਸ਼ਾਪਸ, ਉਸ ਦੇ ਬਾਰੇ ਇਹਨਾਂ ਦੇ ਕੀ ਵਿਚਾਰ ਨੇ। ਤਾਂ ਵੱਡੀਆਂ ਸ਼ਾਪਸ ਵੀ ਮੌਜੂਦ ਨੇ, ਛੋਟੀਆਂ ਸ਼ਾਪਸ ਵੀ ਇੱਥੇ ਮੌਜੂਦ ਨੇ। ਗੱਲਬਾਤ ਕਰਦੇ ਹਾਂ, ਸਭ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਇਹਨਾਂ ਦੀ ਜਿਹੜੀ ਆਵਾਜ਼ ਹੈ ਸਰਕਾਰ ਤੱਕ ਜ਼ਰੂਰ ਪਹੁੰਚਾਵਾਂਗੇ ਕਿ ਇਹਨਾਂ ਦਾ ਕੀ ਕਹਿਣਾ ਹੈ। ਕੀ ਵਿਚਾਰ ਹੈ ਜੀ ਤੁਹਾਡਾ ਜੋ ਸਰਕਾਰ ਦੇ ਵੱਲੋਂ ਔਡ ਈਵਨ ਚਲਾਇਆ ਗਿਆ? ਹੁਣ ਇਹ ਸਮਝ ਹੀ ਨਹੀਂ ਆਉਂਦੀ ਜੀ, ਕਦੇ ਨਾ ਕਿ ਲੈਂਦੇ ਕੀ ਕਰ ਰਹੀ ਸਰਕਾਰ, ਕਦੇ ਨਾ ਕਿ ਸਵੇਰ ਦੇ ਆਏ ਆ 9-9:30 ਵਜੇ ਦੇ, ਨਾ ਕੋਈ ਗਾਹਕ ਹੈ ਨਾ ਬੋਣੀ ਕੀਤੀ ਹੈ ਸਵੇਰ ਦੀ। ਆਪ ਵੀ ਪਰੇਸ਼ਾਨ ਆ, ਸਾਨੂੰ ਕਦੇ ਨਾ ਕਿ ਲੈਂਦੇ। ਬਾਕੀ ਸਭ ਕੁਝ ਖੁੱਲ੍ਹਾ, ਠੇਕੇ ਖੁੱਲ੍ਹੇ ਆ, ਢਾਬੇ ਖੁੱਲ੍ਹੇ ਆ, ਬਸ ਸਾਡੇ ਦੁਕਾਨਾਂ ਹੀ ਆ ਬਸ ਜਿਹੜੀਆਂ ਬੰਦ ਆ ਜੀ। ਤੁਹਾਨੂੰ ਕੀ ਲੱਗਦਾ ਜਿਹੜੀ ਮਾਰਕਿੰਗ ਕੀਤੀ ਗਈ ਆ, ਨੰਬਰਿੰਗ ਲਗਾਈ ਗਈ ਆ, ਚੌਕ ਦੇ ਨਾਲ ਲਗਾਈ ਗਈ ਆ, ਪੇਂਟ ਨਾਲ ਨਹੀਂ ਹੋਣੀ ਚਾਹੀਦੀ ਸੀ? ਇਹ ਹੋਣੀ ਚਾਹੀਦੀ ਸੀ ਜੀ, ਇਹਦਾ ਪਤਾ ਹੀ ਨਹੀਂ ਲੱਗਦਾ। ਹੁਣ 1-2 ਦਿਨ 'ਚ ਮਿਟ ਜਾਣੀ ਹੈ ਜੀ, ਇਹ ਪਤਾ ਨਹੀਂ ਲੱਗਣਾ ਇਹਦਾ ਕੁਝ। ਦੁਕਾਨਦਾਰ 1 ਦਾ 2 ਵੀ ਕਰ ਸਕਦਾ, 2 ਦਾ 1 ਵੀ ਕਰ ਸਕਦਾ। ਹੋ ਸਕਦਾ ਜੀ, ਇੱਦਾਂ ਹੋ ਸਕਦਾ ਜੀ। ਤਾਂ ਫਿਰ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਹੜੇ ਆ ਇਹ ਪੇਂਟ, ਇਹਦੇ ਪੇਂਟ ਦੇ ਨਾਲ ਕੀਤਾ ਜਾਵੇ ਸਭ ਤੋਂ ਪਹਿਲਾਂ, ਕਿ ਇਸ ਤਰੀਕੇ ਦੇ ਨਾਲ ਚੱਲਿਆ ਜਾਵੇ, ਜਾਂ ਤੁਹਾਡੇ ਨਾਲ ਕਿਸੇ ਨਾਲ ਗੱਲਬਾਤ ਨਹੀਂ ਹੋਈ ਹੈ ਕਿ ਸੱਜੇ ਖੱਬੇ ਦੇ ਅਕੋਰਡਿੰਗ ਖੋਲ੍ਹਿਆ ਜਾਵੇ? ਨਹੀਂ ਜੀ, ਸਾਡੇ ਨਾਲ ਕੋਈ ਗੱਲ ਨਹੀਂ ਹੋਈ। ਸਾਨੂੰ ਸਗੋਂ ਆਪ ਨਹੀਂ ਪਤਾ ਲੱਗਿਆ ਵੀ ਅਸੀਂ ਆਏ ਆ, ਤਾਂ ਸਾਨੂੰ ਇੱਥੇ ਆ ਕੇ ਪਤਾ ਲੱਗਿਆ ਬਾਜ਼ਾਰ 'ਚ। ਸਰਦਾਰ ਜੀ, ਔਡ ਈਵਨ ਦੇ ਉੱਤੇ ਕੀ ਕਹੋਗੇ, ਜਿਹੜੇ ਔਡ ਈਵਨ ਦੇ ਅਕੋਰਡਿੰਗ ਦੁਕਾਨਾਂ ਖੋਲ੍ਹਣੀਆਂ ਨੇ ਹੁਣ? ਭਾਜੀ ਇਹ ਬਿਲਕੁਲ ਗਲਤ ਕਰ ਰਹੇ ਹੈਗੇ ਨੇ, ਵਪਾਰੀਆਂ ਦਬਾਈ ਜਾਂਦੇ ਹੈਗੇ ਨੇ। ਅਸੀਂ ਸਵੇਰ ਦੇ 9 ਵਜੇ ਆ ਕੇ ਬੈਠੇ, ਬੋਣੀ ਤੱਕ ਨਹੀਂ ਕੀਤੀ ਹੈਗੀ। ਬਿਲਕੁਲ ਇਹਨਾਂ ਕੰਮ ਖਰਾਬ ਕਰਤਾ ਹੈ। ਠੇਕੇ ਖੁੱਲ੍ਹੇ ਨੇ,
ਹਲਵਾਈ ਦੀਆਂ ਦੁਕਾਨਾਂ ਖੁੱਲੀਆਂ, ਰੈਸਟੋਰੈਂਟ ਖੁੱਲੇ ਨੇ, ਬੱਸਾਂ ਪੂਰੀਆਂ ਚੱਲਦੀਆਂ ਪਈਆਂ ਨੇ। ਕਰੋਨਾ ਉੱਥੇ ਹੈ ਨਹੀਂ, ਕਰੋਨਾ ਸਿਰਫ ਦੁਕਾਨਾਂ ਦੀ ਹੈਗਾ। ਸਰਕਾਰ ਕਹਿੰਦੀ ਵੀ ਅਸੀਂ ਔਡ ਈਵਨ ਇਸ ਕਰਕੇ ਕੀਤਾ ਗਿਆ ਵੀ ਕਿ ਅਗਰ ਸਾਰੀਆਂ ਸ਼ਾਪਸ ਖੁੱਲਦੀਆਂ ਨੇ ਤਾਂ ਇਸ ਜਗ੍ਹਾ ਤੇ ਮਾਰਕੀਟ ਦੇ ਵਿੱਚ ਲੋਕ ਬਹੁਤ ਜ਼ਿਆਦਾ ਆਉਣਗੇ, ਇਕੱਠ ਹੋਊਗਾ ਤੇ ਕਰੋਨਾ ਦੇ ਫੈਲਣ ਦਾ ਖਤਰਾ ਬਹੁਤ ਜ਼ਿਆਦਾ ਵੱਧ ਜਾਊਗਾ। ਮਤਲਬ ਕਿ ਬੱਸਾਂ ਕਰੋਨਾ ਹੈ ਨਹੀਂਗਾ, ਠੇਕੇ ਕਰੋਨਾ ਨਹੀਂ ਹੈਗਾ, ਦੁਕਾਨਦਾਰਾਂ ਕੋਲ ਕਰੋਨਾ ਹੈਗਾ। ਮਤਲਬ ਹੁਣ ਬੱਸਾਂ ਦੇ ਵਿੱਚ ਵੀ 50% ਕਰਤਾ, ਕਹਿੰਦੀ 50% ਦੇ ਵਿੱਚ ਡਿਸਟੈਂਸ ਬਣਾ ਕੇ ਮੇਨਟੇਨ ਕੀਤਾ। ਭਰ ਕੇ ਜਾ ਰਹੀਆਂ ਨੇ, ਠੇਕੇ ਰਾਤੀ 11 ਵਜੇ ਤੱਕ ਖੁੱਲੇ ਰਹਿੰਦੇ ਨੇ, ਭਾਵੇਂ ਰਾਤੀ 1 ਵਜੇ ਜਾ ਕੇ ਤੂੰ ਸ਼ਰਾਬ ਲੈ ਲਓ, ਮਿਲ ਜਾਂਦੀ ਹੈਗੀ ਹੈ। ਠੇਕਿਆਂ ਦੇ ਨਾਲ ਮਤਲਬ ਕੰਪੇਅਰ ਕਰਕੇ ਦੇਖਿਆ ਜਾ ਰਿਹਾ ਵੀ ਸ਼ਾਪ ਜਿਹੜੀਆਂ ਨੇ ਬੰਦ ਕੀਤੀਆਂ ਨੇ, ਠੇਕੇ ਖੋਲੇ ਜਾ ਰਹੇ ਨੇ। ਅਜੇ ਤੱਕ ਕਿਰਾਏ ਤੇ ਦੁਕਾਨਾਂ ਸਾਡੀਆਂ, ਅਸੀਂ ਤਾਂ ਮਰ ਜਾਾਂਗੇ ਉੱਦਾਂ ਹੀ। ਹੁਣ ਸਰਕਾਰ ਨੂੰ ਕੀ ਅਪੀਲ ਹੈ ਤੁਹਾਡੀ? ਕਹਿੰਦੇ ਆ ਵੀ ਦੁਕਾਨਾਂ 7 ਦਿਨ ਖੁੱਲੀਆਂ ਜਿਹੜੀਆਂ ਨੇ, ਟਾਈਮ ਬੰਦ ਹੋ, ਸਵੇਰੇ 10 ਵਜੇ ਖੋਲੋ, ਸ਼ਾਮੀ 6 ਵਜੇ ਬੰਦ ਕਰ ਦਿਓ। ਤੇ ਹੋਰ ਕੀ ਕਹਿਣਾ ਚਾਹੋਗੇ? ਹੋਰ ਕੀ ਨਹੀਂ ਅਸੀਂ ਕਹਿੰਦੇ 7 ਦਿਨ ਦੁਕਾਨਾਂ ਖੋਲੋ, ਟਾਈਮ ਰੱਖੋ 10 ਵਜੇ ਤੋਂ 6 ਵਜੇ ਤੱਕ। ਖੱਬਾ ਸੇ ਜੇ ਕਰੀਏ ਅਸੀਂ, ਹਾਂ ਜਾਂ ਫਿਰ ਬਿਲਕੁਲ ਬੰਦ ਕਰ ਦਿਓ, ਲਾਕਡਾਊਨ। ਹਾਂ ਲੋਕਡਾਊਨ ਕਰ ਦਿਓ। ਤੁਸੀਂ ਦੁਕਾਨਦਾਰਾਂ ਦੀ ਗੱਲ ਸੁਣਦੇ ਹੋ ਕਿ ਦੁਕਾਨਦਾਰਾਂ ਦੇ ਵੱਲੋਂ ਕਿਹਾ ਜਾ ਰਿਹਾ ਜਾਂ ਤਾਂ 7 ਦੇ 7 ਦਿਨ ਜਿਹੜੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਜਾਣ, ਜਾਂ ਫਿਰ ਅਗਰ ਨਹੀਂ ਬੰਦ ਕਰਨੀ ਤਾਂ ਸ਼ਨੀਵਾਰ ਔਰ ਐਤਵਾਰ ਨੂੰ ਜਿਹੜੀਆਂ ਨੇ ਖੋਲੀਆਂ ਜਾਣ ਦੁਕਾਨਾਂ। ਤਾਂ ਤੁਹਾਨੂੰ ਤਸਵੀਰਾਂ ਦੁਆਰਾ ਦਿਖਾਉਂਦੇ ਆ ਇਹ ਸ਼ਾਪਸ ਦੀਆਂ ਕਿ ਸ਼ਾਪਸ ਕਈ ਵਿੱਚ ਓਪਨ ਨੇ, ਕਈ ਸ਼ਾਪਸ ਵਿੱਚ ਕਲੋਜ਼ ਨੇ, ਬੰਦ ਕੀਤੀਆਂ ਜਾ ਰਹੀਆਂ ਦੁਕਾਨਾਂ, ਕਈ ਖੋਲੀਆਂ ਜਾ ਰਹੀਆਂ ਨੇ। ਤਾਂ ਸ਼ਾਪਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਜਗ੍ਹਾ ਦੇ ਉੱਤੇ ਲੋਕ ਮੌਜੂਦ ਨੇ। ਤਾਂ ਬਹੁਤ ਜ਼ਿਆਦਾ ਰੋਸ ਹੈ ਦੁਕਾਨਦਾਰਾਂ ਦੇ ਵਿੱਚ। ਭਾਜੀ ਕੀ ਕਹੋਗੇ ਜਿਹੜੀ ਹੁਣ ਇਹ ਔਡ ਈਵਨ ਦੇ ਹਿਸਾਬ ਦੇ ਨਾਲ ਦੁਕਾਨਾਂ ਖੁੱਲਣੀਆਂ ਨੇ? ਹਾਂਜੀ, ਇਹ ਗਲਤ ਹੈ ਜੀ ਡਿਸੀਜਨ ਗਵਰਨਮੈਂਟ ਦਾ ਜੀ। ਕਿਉਂ ਗਲਤ ਹੈ? ਗਲਤ, ਕਿਸੇ ਕਸਟਮਰ ਨੂੰ ਪਤਾ ਹੀ ਨਹੀਂ ਕਿਹੜੀ ਦੁਕਾਨ ਖੁੱਲੀ ਹੈ ਕਿਹੜੀ ਬੰਦ ਹੈ। ਵੈਸੇ ਹੀ ਹਫਤੇ ਜਦ ਕਿਸੇ 2 ਦਿਨ ਖੁੱਲ੍ਹਣੀਆਂ, 3 ਦਿਨ ਖੁੱਲ੍ਹਣੀਆਂ। ਅੱਗੇ ਸ਼ਨੀ ਐਤਵਾਰ ਪਹਿਲਾਂ ਹੀ ਬੰਦ ਹੋਇਆ ਪਿਆ ਸੀ, ਹੁਣ ਕਹਿੰਦੇ ਕਈ ਦੁਕਾਨਾਂ 2 ਦਿਨ ਖੁੱਲ੍ਹਣੀਆਂ, ਕਈ ਦੁਕਾਨਾਂ 3 ਦਿਨ ਖੁੱਲ੍ਹਣੀਆਂ। ਇਸ ਚੀਜ਼ ਦਾ ਬੈਨੀਫਿਟ ਹੀ ਨਹੀਂ ਹੁੰਦਾ, ਚੰਗਾ ਤਾਂ ਪੱਕਾ ਹੀ ਬੰਦ ਕਰ ਦਿਓ। ਕਈ ਦੁਕਾਨਦਾਰਾਂ ਵੱਲੋਂ ਕਿਹਾ ਜਾ ਰਿਹਾ ਵੀ ਸਾਡੀ ਜੇ ਈਵਨ ਆ ਰਹੀ ਹੈ, ਦੁਕਾਨ ਦਾ ਨੰਬਰ ਆ ਰਿਹਾ ਈਵਨ, ਤਾਂ ਸ਼ਨੀਵਾਰ ਨੂੰ ਸਾਨੂੰ ਬੰਦ ਕੀਤਾ ਕਰਨਾ ਪੈ ਰਿਹਾ ਵੀ ਉਹਨੇ ਚਿਰ ਤਾਂ ਖੁੱਲ੍ਹਣੀ ਨਹੀਂ ਹੈਗੀ ਜਿੰਨਾ ਔਡ ਵਾਲੀਆਂ ਖੁੱਲ੍ਹ ਜਾਣੀਆਂ ਨੇ। ਫਿਰ ਉਹੀ ਗੱਲ ਹੈ ਨਾ ਜੀ, ਹੁਣ ਮੁਸ਼ਕਿਲ ਤਾਂ ਸਾਰਿਆਂ ਨੂੰ ਹੋਈ ਪਈ ਹੈ, ਬਹੁਤ ਮੁਸ਼ਕਿਲ ਹੈ। ਹੁਣ ਕਈ ਜਗ੍ਹਾ ਉਹਨਾਂ ਨੇ ਲਾਇਆ, ਇੱਕ ਸਾਈਡ ਬੰਦ ਹੈ, ਇੱਕ ਸਾਈਡ ਖੁੱਲੀ ਹੈ, ਕਈ ਪਾਸੇ ਦੁਕਾਨਾਂ ਖੁੱਲੀਆਂ ਸਾਰੀਆਂ। ਯਾਰ ਗਵਰਨਮੈਂਟ ਸਾਰੇ ਪਾਸੇ ਕਰੇ ਨਾ, ਕਈ ਪਾਸੇ ਦੇਖੋ ਦੁਕਾਨਾਂ ਖੁੱਲੀਆਂ ਆਈਆਂ। ਸਰਕਾਰ ਕਹਿੰਦੀ ਵੀ ਇਕੱਠ ਬਹੁਤ ਹੋ ਜਾਂਦਾ ਮਾਰਕੀਟ ਦੇ ਵਿੱਚ, ਇਸ ਕਰਕੇ ਸਾਨੂੰ ਫੈਸਲਾ ਲੈਣਾ ਪੈ ਰਿਹਾ। ਦੇਖੋ ਜੀ ਗੱਲ ਹੈ, ਇਕੱਠ ਜਿੱਥੇ ਹੁੰਦਾ, ਹੁਣ ਸਬਜ਼ੀ ਮੰਡੀ ਵਗੈਰਾ ਠੇਕੇ ਤੁਸੀਂ ਖੋਲ ਕੇ ਬੈਠੇ ਹੋ ਤੇ ਇਕੱਠ ਨਹੀਂ ਹੁੰਦਾ, ਦੱਸੋ ਮੈਨੂੰ? ਉੱਥੇ ਕਰੋਨਾ ਨਹੀਂ ਫੈਲਦਾ, ਸਿਰਫ ਇੱਥੇ ਹੀ ਕਰੋਨਾ ਫੈਲਣਾ ਚੋੜੇ ਯਾਰ ਰੈਡੀਮੇਡ ਦੀ ਦੁਕਾਨਾਂ ਤੁਸੀਂ ਦੱਸੋ ਮੈਨੂੰ? ਹੈਂ, ਅੱਗੇ ਦੇਖੋ 2-3 ਘੰਟੇ ਲੱਗੇ ਨਹੀਂ ਕਸਟਮਰ ਆਉਂਦਾ ਸੀ, ਤੇ ਹੁਣ ਤੁਸੀਂ ਕਹੀ ਜਾਂਦੇ ਉਹਦੇ ਨਾਲ ਰਸ਼ ਹੈ। ਹੁਣ ਵੀ ਦੇਖੋ ਖਾਲੀ ਪਏ ਬਾਜ਼ਾਰ, ਐਦਾਂ ਦਾ ਬਿਲਕੁਲ ਹੀ ਤੁਸੀਂ ਜਿਹੜਾ ਕਾਰੋਬਾਰ ਆ ਸਾਰਾ ਖਤਮ ਹੋ ਜਾਊਗਾ। ਸ਼ਨੀਵਾਰ ਐਤਵਾਰ ਬਾਰੇ ਤੁਹਾਡਾ ਕੀ ਖਿਆਲ ਹੈ? ਸ਼ਨੀ ਐਤਵਾਰ ਤਾਂ ਚਾਹੁੰਦੇ ਹਾਂ ਅਸੀਂ ਤਾਂ ਸ਼ਨੀ ਐਤਵਾਰ ਹੀ ਮੇਨ ਖੁੱਲ੍ਹਣਾ ਚਾਹੀਦਾ ਨਾਲ। ਇਹ ਤਾਂ ਕੋਈ ਇਹਨਾਂ ਨੇ ਸਾਰਾ ਕੁਝ ਕਰਤਾ ਹੈ। ਤੇ ਹਫਤੇ 2 ਦਿਨ ਖੁੱਲਣਗੀਆਂ, ਕੋਈ ਦੁਕਾਨਾਂ ਹਫਤੇ 3 ਦਿਨ ਖੁੱਲਣਗੀਆਂ, ਬਹੁਤ ਮੁਸ਼ਕਿਲ ਹੋ ਰਹੀ ਹੈ ਜੀ। ਸੋ ਮੁਸ਼ਕਿਲ ਬਹੁਤ ਹੋ ਰਹੀ ਹੈ ਦੁਕਾਨਦਾਰਾਂ ਨੂੰ ਕਿ ਸ਼ਾਪਸ ਜਿਹੜੀਆਂ ਨੇ ਓਪਨ ਕਿਸ ਤਰੀਕੇ ਦੇ ਨਾਲ ਕਰੀਆਂ ਜਾਣ, ਚੌਕ ਦੇ ਨਾਲ ਕੀਤੀ ਜਾ ਰਹੀ ਹੈ। ਤਾਂ ਇਹ ਵੀ ਬਹੁਤ ਇੱਕ ਵੱਡੀ ਪ੍ਰੋਬਲਮ ਹੈ ਕਿ ਜਿਹੜਾ ਚੌਕ ਦੇ ਨਾਲ ਬਾਅਦ ਚ ਮਿਟਾਇਆ ਵੀ ਜਾ ਸਕਦਾ ਹੈ। ਬਿੱਟੂ ਜੀ, ਜਿਹੜਾ ਮਾਰਕਿੰਗ ਕੀਤੀ ਗਈ ਹੈ ਚੌਕ ਦੇ ਨਾਲ ਕੀਤੀ ਗਈ ਹੈ, ਤੁਹਾਨੂੰ ਨਹੀਂ ਲੱਗਦਾ ਦੁਕਾਨਦਾਰਾਂ ਦੇ ਵੱਲੋਂ ਜਾਂ ਕਿਸੇ ਦੇ ਵੱਲੋਂ ਸ਼ਰਾਰਤ ਕੀਤੀ ਜਾ ਸਕਦੀ ਹੈ, ਉਹਨੂੰ ਕੱਟ ਕੇ ਮਿਟੇ ਕੇ ਇੱਕ ਦਾ 2 ਜਾਂ 2 ਦਾ 1 ਕੀਤਾ ਜਾ ਸਕਦਾ ਹੈ? ਬਿਲਕੁਲ ਕੀਤਾ ਜਾ ਸਕਦਾ ਵਾ। ਅਸੀਂ ਕੱਲ ਜਦੋਂ ਨੰਬਰ ਲਗਾ ਰਹੇ ਸੀ, ਸਾਡੀ ADCP 1 ਦੀਪਕ ਪਾਰਿਕ ਨਾਲ ਵੀ ਗੱਲ ਹੋਈ ਸੀ। ਉਹਨਾਂ ਨੇ ਕਿਹਾ ਸੀ ਪੇਂਟ ਨਾਲ ਲਿਖਾਓ, ਲੇਕਿਨ ਜਿਹੜੇ ਦੁਕਾਨਦਾਰ ਹੈ ਉਹ ਕਿਤੇ ਕਿਤੇ ਚਾਹੁੰਦੇ ਆ ਵੀ ਪ੍ਰਸ਼ਾਸਨ ਨੇ ਕੱਲੀ ਦੁਕਾਨ ਤਾਂ ਚੈੱਕ ਕਰਨੀ ਨਹੀਂ। ਅਗਲਾ ਕਹਿੰਦਾ ਚੌਕ ਨਾਲ ਮਟਿਆ ਵਾ, ਨਾਲ ਲੱਗਦੀ ਦੁਕਾਨ ਖੋਲ੍ਹ ਲਓ, ਤੇ ਜਦੋਂ ਖੋਲ੍ਹ ਲੈਂਦਾ ਤੇ ਨਾਲ ਦੇ ਨੂੰ ਤਾਂ ਪਰੇਸ਼ਾਨੀ ਹੁੰਦੀ ਹੈ ਵੀ ਮੇਰੀ ਦੁਕਾਨ ਬੰਦ ਹੈ, ਇਹਦੀ ਕਿਉਂ ਖੁੱਲ੍ਹੀ ਹੈ। ਤੇ ਜਾਂ ਤਾਂ ਅਸੀਂ ਸਰਕਾਰ ਅੱਗੇ ਮੰਗ ਕਰਦੇ ਹਾਂ ਇਹਨੂੰ ਪੂਰਨ ਤੌਰ ਤੇ ਇੱਕ ਸਾਈਡ ਪੂਰੀ ਬੰਦ ਕਰ ਦਿਓ 1 ਦਿਨ ਲਈ, ਦੂਸਰੇ ਦਿਨ ਦੂਸਰੀ ਬੰਦ ਕਰ ਦਿਓ। ਦੁਕਾਨਦਾਰਾਂ ਨੂੰ ਛੱਛੋ ਪੰਚ ਨਾ ਪਾਓ। ਸ਼ਨੀ ਐਤਵਾਰ ਪਹਿਲਾਂ ਹੀ ਬੰਦ ਸੀ, ਉਸ ਤੋਂ ਬਾਅਦ ਨਵਾਂ ਰੂਲ ਲਾਗੂ ਕਰਤਾ। ਪਰੇਸ਼ਾਨ ਹੋਏ ਪਏ ਦੁਕਾਨਦਾਰ, ਤਬਾਹੀ ਦੇ ਕਗਾਰ ਤੇ ਪਹੁੰਚੇ ਪਏ ਨੇ। ਸ਼ਨੀ ਐਤਵਾਰ ਨੂੰ ਜਿਹੜਾ ਕਿ ਤੁਸੀਂ ਦੇਖਿਆ ਕਰਿਆਨੇ ਦੀ ਦੁਕਾਨਾਂ, ਚਾਹੇ ਉਹ ਹਲਵਾਈ ਦੀਆਂ ਦੁਕਾਨਾਂ, ਚਾਹੇ ਉਹ ਸਬਜ਼ੀ ਦੀਆਂ ਦੁਕਾਨਾਂ, ਚਾਹੇ ਫਰੂਟ ਦੀਆਂ ਦੁਕਾਨਾਂ, ਚਾਹੇ ਰੈਸਟੋਰੈਂਟ ਹੈ, ਸਾਰੇ ਖੁੱਲ੍ਹੇ ਸੀ। ਔਰ ਵਿਸ਼ੇਸ਼ ਤੌਰ ਤੇ ਸ਼ਰਾਬ ਦੇ ਠੇਕੇ ਰਾਤ ਨੂੰ 11 ਵਜੇ ਤੱਕ ਤੁਸੀਂ ਸ਼ਰਾਬ ਖਰੀਦ ਸਕਦੇ ਹੋ। ਕਿਆ ਉੱਥੇ ਕਰੋਨਾ ਨਹੀਂ ਆਏਗਾ? ਸਾਡੀਆਂ ਦੁਕਾਨਾਂ ਖੁੱਲ੍ਹਣ ਵਾਲੀ ਕਰੋਨਾ ਆਉਣਾ ਹੈ। ਸਾਡੀ ਮੰਗ ਹੈ ਜਾਂ ਤਾਂ ਇਹਨੂੰ ਪੂਰਨ ਤੌਰ ਤੇ ਬੰਦ ਕਰ ਦਿਓ ਜਾਂ ਪੂਰਨ ਤੌਰ ਤੇ ਖੋਲ੍ਹ ਦਿਓ। ਵਪਾਰੀ ਇਸ ਟਾਈਮ ਬੜਾ ਦੁਖੀ ਹੈ, ਤਬਾਹੀ ਦਾ ਕਗਾਰ ਤੇ ਹੈ। ਅੱਛਾ, ਇੱਕ ਹੋਰ ਗੱਲ ਬੜੀ ਸਾਹਮਣੇ ਆਉਂਦੀ ਪਈ ਹੈ, ਕਈ ਸ਼ਾਪਸ ਇਹੋ ਜਿਹੀਆਂ ਨੇ ਜਿਨ੍ਹਾਂ ਦੀਆਂ 2 ਸ਼ਾਪਸ ਨੇ, ਉਹ 2 ਸ਼ਾਪਸ ਨੇ ਤਾਂ ਹੁਣ 2 ਦੇ ਉੱਤੇ ਜੇ ਮੰਨ ਲਓ ਜੇ ਮਾਰਕਿੰਗ 1 ਜਾਂ 2 ਕਰ ਦਿੱਤੀ ਗਈ ਹੈ ਤਾਂ ਉਹਨਾਂ 'ਚ ਬਹੁਤ ਕਨਫਿਊਜ਼ਨ ਹੈ
ਇਸ ਵਿੱਚ ਵੀ ਅਸੀਂ ਕਿਹੜੀ ਖੋਲੀਏ, ਤੇ ਇਹ ਚੱਲ ਰਿਹਾ ਪਿਆ ਇਸ ਜਗ੍ਹਾ ਦੇ ਉੱਤੇ ਕਿ ਇੱਕੋ ਹੀ ਮਾਰਕ ਕੀਤਾ ਜਾ ਰਿਹਾ ਹਲੇ ਵੀ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਜਿਸ ਤਰ੍ਹਾਂ 2 ਦੁਕਾਨ, ਇੱਕ ਦੀ ਸਾਹਮਣੇ ਇੱਕ ਦੀ ਇੱਧਰ ਹੈ, 1 ਨੰਬਰ ਉੱਧਰ ਲੱਗਾ, 2 ਨੰਬਰ ਖੁੱਲਿਆ, ਉਹ ਵੀ ਪਰੇਸ਼ਾਨ ਨੇ। ਉਸ ਤੋਂ ਬਾਅਦ ਜਿਹੜਾ ਕਸਟਮਰ ਹੈ ਸਭ ਤੋਂ ਜ਼ਿਆਦਾ ਤਾਂ ਉਹ ਪਰੇਸ਼ਾਨ ਹੈ। ਪਹਿਲਾਂ ਤਾਂ ਗਾਹਕ ਹੀ ਹੈ ਨਹੀਂ, ਜੇ ਮਾੜਾ ਮੋਟਾ ਹੈਗਾ ਅਗਲੇ ਨੂੰ ਪਤਾ ਵਾ ਮੈਂ ਸਾੜੀ ਖਰੀਦਣ ਜਾਣਾ ਫਲਾਣੀ ਦੁਕਾਨ ਤੋਂ, ਜਦੋਂ ਅਗਲਾ ਜਗਰਾਓਂ ਤੋਂ ਜਾਂ ਕਿਤੋਂ ਵੀ ਆਂਦਾ, ਮੋਗੇ ਤੋਂ, ਜਦੋਂ ਘੰਟਾ ਘਰ ਆ ਕੇ ਉਹਨੂੰ ਪਤਾ ਲੱਗਦਾ ਦੁਕਾਨ ਬੰਦ ਹੈ ਤੇ ਉਹ ਵੀ ਬੜਾ ਮਿਊਸ ਹੋ ਕੇ ਵਾਪਸ ਜਾਂਦਾ। ਅਗਲੇ ਤੱਕ ਸੰਦੇਸ਼ ਹੀ ਨਹੀਂ। ਸਰਕਾਰ ਨੂੰ ਚਾਹੀਦਾ ਵਾ, ਜਿਸ ਤਰ੍ਹਾਂ ਜਲੰਧਰ ਦੇ ਵਿੱਚ ਉਹਨਾਂ ਨੇ ਕਿਹਾ ਵਾ 3 ਦਿਨ ਵਾਸਤੇ ਰੈਡੀਮੇਡ ਦੀਆਂ ਦੁਕਾਨਾਂ ਖੁੱਲਣਗੀਆਂ, ਚਾਹੇ ਬੂਟਾਂ ਦੀਆਂ ਚਾਹੇ ਮੋਬਾਈਲਾਂ ਦੀਆਂ, ਉਸੇ ਤਰ੍ਹਾਂ ਲੁਧਿਆਣਾ ਦੇ ਵਿੱਚ ਵੀ ਕਰ ਦਿੱਤਾ ਜਾਵੇ 3 ਦਿਨ ਵਾਸਤੇ ਵੀ ਇਸ ਚੀਜ਼ ਦੀਆਂ ਦੁਕਾਨਾਂ ਖੁੱਲਣਗੀਆਂ, 3 ਦਿਨ ਵਾਸਤੇ ਇਸ ਤਰ੍ਹਾਂ ਦੀਆਂ ਖੁੱਲਣਗੀਆਂ। ਇਹ ਤੁਸੀਂ ਜਿਹੜੀ ਗੱਲ ਕਰਦੇ ਪਏ ਸੱਜੇ ਖੱਬੇ ਦੁਕਾਨਾਂ ਖੋਲ੍ਹਣ ਦੇ ਬਾਰੇ, ਕੁਮਾਰ ਮੰਡੀ ਦੇ ਵਿੱਚ ਤਾਂ ਆਲਰੇਡੀ ਇਹ ਤਾਂ ਚੱਲ ਰਿਹਾ ਹੈ, ਅਸੀਂ ਜਾ ਕੇ ਆਏ ਉੱਥੇ। ਲੇਕਿਨ ਅਗਰ ਇਸ ਜਗ੍ਹਾ ਦੇ ਉੱਤੇ ਵੀ ਸੱਜੇ ਖੱਬੇ ਦੇ ਅਕੋਰਡਿੰਗ ਦੁਕਾਨਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਮੰਨ ਲਓ, ਤਾਂ ਵਿੱਚ ਸੱਜੇ ਪਾਸੇ ਦਾ ਬਹੁਤ ਸਾਰੀਆਂ, ਵਿੱਚ ਪਿੰਕ ਪਲਾਜ਼ਾ ਜਿਵੇਂ ਮਾਰਕੀਟ ਹੈ, ਤਾਂ ਉਹੋ ਜਿਹੀਆਂ ਮਾਰਕੀਟ ਵੀ ਬਹੁਤ ਮੌਜੂਦ ਨੇ, ਤਾਂ ਉੱਥੇ ਦਾ ਕਿਸ ਤਰੀਕੇ ਦੇ ਨਾਲ ਕੀਤਾ ਜਾਊ, ਇਹ ਤੁਹਾਡੇ ਵੱਲੋਂ ਸਵਾਲ ਨਹੀਂ ਚੱਕਿਆ ਜਾ ਰਿਹਾ? ਬਿਲਕੁਲ ਬਿਲਕੁਲ। ਜਿਸ ਤਰ੍ਹਾਂ ਮੰਨ ਲਓ ਪਿੰਕ ਪਲਾਜ਼ਾ ਮਾਰਕੀਟ ਹੈ, ਅਕਾਲਗੜ੍ਹ ਮਾਰਕੀਟ ਹੈ, ਮਨਰਵਾ ਕੰਪਲੈਕਸ ਹੈ, ਏਸੀ ਮਾਰਕੀਟ ਹੈ, ਜਿਹੜੇ ਇਹੋ ਜਿਹੇ ਕੰਪਲੈਕਸ ਹੈ ਨਾ, ਉਹਨਾਂ ਨੂੰ ਇੱਕ ਦਿਨ ਲਈ ਪੂਰਨ ਤੌਰ ਤੇ ਬੰਦ ਕਰ ਦੇਣਾ ਚਾਹੀਦਾ ਵੀ ਅਗਲਾ ਨੂੰ ਪਰੇਸ਼ਾਨੀ ਨਾ ਹੋਵੇ। ਫਿਰ ਬਾਕੀ ਦਿਨਾਂ ਦਾ ਫਿਰ ਉਹ ਰਹਿਣਾ ਨਾ ਵੀ ਇੰਨੀ ਵੱਡੀ ਮਾਰਕੀਟ ਹੈ ਤਾਂ ਉੱਥੇ ਵੀ ਇਕੱਠ ਹੋ ਸਕਦਾ ਹੈ, ਫਿਰ ਉੱਥੇ ਕਿਵੇਂ ਕੀਤਾ ਜਾਊਗਾ? ਇਹ ਮਤਲਬ ਮੇਨ ਮੁੱਦਾ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਵੇ, ਦੁਕਾਨਦਾਰ ਕੀ ਚਾਹੁੰਦੇ ਉੱਥੇ ਦੇ। ਦੇਖੋ ਦੁਕਾਨਦਾਰ ਇਸ ਟਾਈਮ ਨਾ, ਪਹਿਲਾਂ 2 ਮਹੀਨੇ ਬਿਲਕੁਲ ਬੰਦ ਰਿਹਾ ਸੀ, ਉਸ ਤੋਂ ਬਾਅਦ 3 ਮਹੀਨੇ ਖੁੱਲਿਆ ਵਾ। ਹੌਲੀ ਹੌਲੀ ਦੁਕਾਨਦਾਰ ਸਮਝ ਗਏ ਵੀ ਕਿਸ ਤਰ੍ਹਾਂ ਗਾਹਕ ਨੂੰ ਅਟੈਂਡ ਕਰਨਾ। ਪਹਿਲਾਂ ਤਾਂ ਗਾਹਕ ਹੀ ਹੈ ਨਹੀਂਗਾ, ਜੇ ਮਾੜਾ ਮੋਟਾ ਆਂਦਾ ਵਾ ਉਹਨੂੰ ਪਤਾ ਵਾ ਮੈਂ ਗਾਹਕ ਨਾਲ ਕਿੱਦਾਂ ਡੀਲਿੰਗ ਕਰਨੀ ਹੈ, ਕਿਸ ਤਰ੍ਹਾਂ ਦੂਰੀ ਬਣਾ ਕੇ ਰੱਖਣੀ ਹੈ, ਮਾਸਕ ਪਾ ਕੇ ਰੱਖਣਾ ਹੈ, ਸੈਨੀਟਾਈਜ਼ਰ ਕਰਨਾ, ਗੋਲੇ ਬਣਾ ਕੇ ਰੱਖਣੇ, ਹਰ ਚੀਜ਼ ਗਾਹਕ ਮਤਲਬ ਦੁਕਾਨਦਾਰ ਹਰ ਹੁਕਮਾਂ ਦੀ ਪਾਲਣਾ ਕਰ ਰਿਹਾ। ਲੇਕਿਨ ਸਰਕਾਰ ਹੀ ਹੈ ਜਿਹੜੀ ਹਰ ਪੱਖੋਂ ਵਪਾਰੀਆਂ ਨੂੰ ਦਬਾ ਰਹੀ ਹੈ, ਤੇ ਸਾਡੀ ਮੰਗ ਹੈ ਵੀ ਇਹ ਜਿਹੜੇ ਰੂਲ ਹੈ ਜਾਂ ਤਾਂ ਸਾਰਿਆਂ ਵਾਸਤੇ ਇੱਕ ਹੋਵੇ, ਪੂਰਨ ਤੌਰ ਤੇ ਬੰਦ ਹੋਵੇ, ਚਾਹੇ ਉਹ ਸ਼ਰਾਬ ਦੇ ਠੇਕੇ ਹੈ, ਚਾਹੇ ਰੈਸਟੋਰੈਂਟ ਹੈ, ਚਾਹੇ ਸਾਰੀਆਂ ਦੁਕਾਨਾਂ ਹੈ, ਨਹੀਂ ਤਾਂ ਸਾਰੀਆਂ ਖੋਲੀਆਂ ਜਾਣ। ਪਹਿਲਾਂ ਤਾਂ ਇਹਨਾਂ ਨੇ ਟਾਈਮ ਰੱਖਤਾ ਸ਼ਾਮ ਨੂੰ 6 ਵਜੇ ਦਾ, ਗਰਮੀ ਇੰਨੀ ਹੈ ਜਿਹੜਾ ਕਸਟਮਰ ਹੈ ਉਹ ਤਕਰੀਬਨ ਨਿਕਲਦਾ ਹੀ ਸ਼ਾਮ ਨੂੰ ਹੈ ਘਰਾਂ ਚੋਂ ਬਾਹਰ, ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਗਲਾ 200-400 500 ਵੱਟਦਾ ਹੈ, ਆਪਣੇ ਨੌਕਰ ਦੀ ਦਿਹਾੜੀ ਦਿੰਦਾ ਤੇ ਰੋਟੀ ਪੱਲਿਓਂ ਖਾਂਦਾ, ਬਿਜਲੀ ਦਾ ਬਿੱਲ ਫੂਕ ਕੇ ਘਰ ਚਲੇ ਜਾਂਦਾ। ਕੋਈ ਸੁਵਿਧਾ ਹੀ ਨਹੀਂ, ਕੋਈ ਫਾਇਦਾ ਨਹੀਂ ਹੋ ਰਿਹਾ। ਸਾਰੇ ਦੁਕਾਨਦਾਰ ਦੁਖੀ ਹੈ ਵੀ ਉਹ ਕਹਿੰਦੇ ਇੱਕ ਵਾਰ ਪੂਰਨ ਤੌਰ ਤੇ ਬੰਦ ਕਰਕੇ ਕਰੋਨਾ ਖਤਮ ਕਰੋ, ਸਾਨੂੰ ਵੀ ਥੋੜੀ ਤਸੱਲੀ ਹੋ ਜਾਏ। ਸੋ ਇਸ ਤਰੀਕੇ ਦੇ ਨਾਲ ਜਿਹੜਾ ਆ ਦੁਕਾਨਦਾਰਾਂ ਦੇ ਵੱਲੋਂ ਜਿਹੜਾ ਰੋਸ ਜਤਾਇਆ ਜਾ ਰਿਹਾ ਸਰਕਾਰ ਦੇ ਖਿਲਾਫ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਗਾਈਡਲਾਈਨਸ ਜਾਰੀ ਕੀਤੀਆਂ ਜਾ ਰਹੀਆਂ ਨੇ, ਔਰ ਦੁਕਾਨਦਾਰਾਂ ਨੂੰ ਬਹੁਤ ਪ੍ਰੋਬਲਮ ਆ ਰਹੀ ਹੈ। ਕਿਸੇ ਨੂੰ ਕਨਫਿਊਜ਼ਨ ਇਸ ਗੱਲ ਦੀ ਹੈ ਕਿ ਕਿਸ ਦਿਨ ਨੂੰ ਕਿਹੜੀ ਦੁਕਾਨ ਖੋਲੀ ਜਾਵੇਗੀ। ਅਗਰ ਔਡ ਈਵਨ ਦੇ ਅਕੋਰਡਿੰਗ ਕਿਸੇ 2 ਦੁਕਾਨਾਂ ਨੇ ਤਾਂ ਉਹਨਾਂ ਨੂੰ ਵੀ ਬਹੁਤ ਪ੍ਰੋਬਲਮ ਨਜ਼ਰ ਆ ਰਹੀ ਹੈ ਕਿ ਉਹ ਕਿਸ ਦਿਨ ਆਪਣੀ ਦੁਕਾਨ ਖੋਲ੍ਹਣ ਤੇ ਕਿਸ ਦਿਨ ਆਪਣੀ ਦੁਕਾਨ ਬੰਦ ਕਰ। ਤਾਂ ਹੋਰ ਵੀ ਇਲਾਕਿਆਂ ਦੇ ਵਿੱਚ ਤੁਹਾਨੂੰ ਤਸਵੀਰਾਂ ਦਿਖਾਉਂਦੇ ਹਾਂ ਅਸੀਂ ਵੀ ਹੋਰ ਇਲਾਕਿਆਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜੀ ਹੈ ਇਸ ਵੇਲੇ ਦੁਕਾਨਾਂ ਖੁੱਲੀਆਂ ਨੇ ਤੇ ਕੀ ਉਸ ਦਾ ਪ੍ਰੋਸੀਜਰ ਹੁਣ ਚੱਲ ਰਿਹਾ ਹੈ। ਸੋ ਜਿਵੇਂ ਪਹਿਲਾਂ ਤੁਹਾਨੂੰ ਘੰਟਾ ਘਰ ਦੀਆਂ ਤਸਵੀਰਾਂ ਦਿਖਾਈਆਂ ਮਾਰਕੀਟ ਦੀਆਂ, ਤਾਂ ਤੁਹਾਨੂੰ ਅੱਜ ਮਿੱਡਾ ਚੌਂਕ ਦੇ ਵਿੱਚ ਤੁਹਾਨੂੰ ਦਿਖਾਉਣਾ ਹੈ ਕਿ ਤਸਵੀਰਾਂ ਕੀ ਨੇ ਮਾਰਕੀਟ ਦੀਆਂ। ਇਸ ਜਗ੍ਹਾ ਦੇ ਉੱਤੇ ਵੀ ਮਾਰਕਿੰਗ ਜਿਹੜੀ ਹੈ ਨਹੀਂ ਕੀਤੀ ਗਈ ਹਲੇ ਫਿਲਹਾਲ, ਜੋ ਕਿਹਾ ਜਾ ਰਿਹਾ ਸੀ ਕਿ ਮਾਰਕਿੰਗ ਜਿਹੜੀ ਆ ਕੀਤੀ ਜਾਵੇਗੀ, ਨੰਬਰਿੰਗ ਲਗਾਈ ਜਾਊਗੀ ਸ਼ਾਪਸ ਦੇ ਉੱਤੇ, ਤਾਂ ਇਹਨਾਂ ਸ਼ਾਪਸ ਦੇ ਉੱਤੇ ਵੀ ਹਲੇ ਜਿਹੜੀ ਹੈ ਨੰਬਰਿੰਗ ਨਹੀਂ ਲਗਾਈ ਗਈ। ਸੋ ਇੱਥੇ ਬੁੱਕ ਸ਼ਾਪਸ ਵੀ ਮੌਜੂਦ ਨੇ, ਇਲੈਕਟ੍ਰੋਨਿਕ ਦੀਆਂ ਸ਼ਾਪਸ ਵੀ ਮੌਜੂਦ ਨੇ, ਹੋਰ ਵੀ ਕਾਫੀ ਜ਼ਿਆਦਾ ਸ਼ਾਪਸ ਮੌਜੂਦ ਨੇ ਇੱਥੇ। ਔਰ ਤੁਸੀਂ ਦੇਖੋ ਕਿ ਇਹਨਾਂ ਦੁਕਾਨਾਂ ਦੇ ਵਿੱਚ ਜੋ ਨੰਬਰਿੰਗ ਨਹੀਂ ਲਗਾਈ ਗਈ ਹੈ, ਤਾਂ ਵਿੱਚ ਇੱਕ ਇਲੈਕਟ੍ਰੋਨਿਕ ਸ਼ਾਪ ਵੀ ਤੁਸੀਂ ਦੇਖ ਰਹੇ ਹੋਵੋਗੇ, ਤਾਂ ਇੱਕ ਬੰਦੇ ਦੇ ਕੋਲ ਅਲਟਰਨੇਟਿਵ ਹੁੰਦਾ ਜ਼ਰੂਰ ਕਿ ਅਗਰ ਇੱਕ ਸ਼ਾਪ ਦੇ ਉੱਤੇ ਕੋਈ ਸਮਾਨ ਨਹੀਂ ਮਿਲ ਰਿਹਾ ਤਾਂ ਦੂਸਰੀ ਸ਼ਾਪ ਤੇ ਜਾਊਗਾ। ਲੇਕਿਨ ਅਗਰ ਸ਼ਾਪ ਇੱਕ ਹੀ ਖੁੱਲੀ ਹੋਵੇਗੀ ਤਾਂ ਉੱਥੇ ਭੀੜ ਜਿਹਦੀ ਜ਼ਿਆਦਾ ਹੋ ਸਕਦੀ ਹੈ। ਤਾਂ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਕਿ ਕਿਸ ਤਰੀਕੇ ਦੇ ਨਾਲ ਕਸਟਮਰ ਇਸ ਜਗ੍ਹਾ ਦੇ ਉੱਤੇ ਮੌਜੂਦ ਨੇ। ਸੋ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਇਸ ਜਗ੍ਹਾ ਦੇ ਉੱਤੇ ਜਿਹੜੀ ਨੰਬਰਿੰਗ ਨਹੀਂ ਲਗਾਈ ਗਈ, ਸਭ ਤੋਂ ਪਹਿਲਾਂ ਤਾਂ ਇਹ। ਔਰ ਇੱਥੋਂ ਦੇ ਦੁਕਾਨਦਾਰਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦੇ ਕੀ ਵਿਚਾਰ ਨੇ ਇਸ ਦੇ ਉੱਤੇ ਕਿ ਜਿਹੜਾ ਔਡ ਈਵਨ ਦੇ ਹਿਸਾਬ ਦੇ ਨਾਲ ਨੰਬਰਿੰਗ ਲਗਾਈ ਜਾਊਗੀ, ਸ਼ਾਪਸ ਓਪਨ ਕੀਤੀਆਂ ਜਾਣਗੀਆਂ, ਉਹਨਾਂ ਦੇ ਇਸ 'ਤੇ ਕੀ ਵਿਚਾਰ ਨੇ। ਔਰ ਹਾਲੇ ਤੱਕ ਨੰਬਰਿੰਗ ਅਗਰ ਇਸ ਇਲਾਕੇ ਦੇ ਵਿੱਚ ਨਹੀਂ ਹੋਈ ਹੈਗੀ ਤਾਂ ਉਹ ਕਿਉਂ ਨਹੀਂ ਹੋਈ ਹੈਗੀ। ਤਾਂ ਸਾਡੇ ਨਾਲ ਕੁਝ ਦੁਕਾਨਦਾਰ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ। ਭਾਜੀ ਤੁਸੀਂ ਇੱਥੇ ਮਾਰਕਿੰਗ ਜਿਹੜੀ ਕਰਨੀ ਸੀਗੀ, ਮਾਰਕਿੰਗ ਹਾਲੇ ਤੱਕ ਕਿਉਂ ਨਹੀਂ ਕੀਤੀ ਗਈ ਹੈਗੀ, ਤੁਹਾਡਾ ਇਸ ਦੇ ਉੱਤੇ ਕੀ ਵਿਚਾਰ ਹੈ?
ਮਾਰਕਿੰਗ ਸਰ ਹਰੇ ਕੋਈ ਕਿਸੇ ਨੂੰ ਕਨਫਿਊਜ਼ਨ ਹੀ ਇੰਨੀ ਕੋਈ ਪਤਾ ਹੀ ਨਹੀਂ ਹੈਗਾ ਕਿ ਕਿਹੜਾ ਦੁਕਾਨਦਾਰ ਕਿੰਨਾ ਕੋਈ ਨੰਬਰ ਲੱਗੂਗਾ। ਨੰਬਰ ਤਾਂ ਹਰੇ ਕੋਈ ਲੱਗੇ ਹੀ ਨਹੀਂ ਗੇ ਤੇ ਕੋਈ ਵੀ ਹਰੇ ਸਾਰਿਆਂ ਨੂੰ ਹੀ ਕਨਫਿਊਜ਼ਨ ਹੈ। ਜਿੰਨੇ ਵੀ ਦੁਕਾਨਦਾਰ ਹੈ ਸਭ ਨੂੰ ਕਨਫਿਊਜ਼ਨ ਹੈ ਕਿ ਕਿੰਨਾ ਨੰਬਰ ਸਾਡੀ ਦੁਕਾਨ ਦਾ ਨੰਬਰ ਲੱਗੇ ਹੁਣ ਤੇ ਕਿਸੇ ਨੂੰ ਪਤਾ ਲੱਗੇ। ਇੱਥੋਂ ਦੇ ਇਲਾਕੇ ਦੇ ਐਸਐਚ ਜਿਹੜੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀਗੀ। ਨਹੀਂ, ਸਾਡੀ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋਈ। ਤੇ ਬਾਕੀ ਇਹ ਹੈ ਕਿ ਅਖਬਾਰਾਂ 'ਚ ਪੜ੍ਹਨ ਨੂੰ ਮਿਲਿਆ ਕਿ ਓਡ ਈਵਨ ਦੇ ਤਹਿਤ ਦੁਕਾਨਾਂ ਖੁੱਲ੍ਹਣੀਆਂ, ਪਰ ਸਾਨੂੰ ਉਹਦੇ ਬਾਰੇ ਕੋਈ ਸਮਝ ਨਹੀਂ। ਇਸ ਕਰਕੇ ਇੱਕ ਵਾਰੀ ਤਾਂ ਮਾਰਕੀਟ ਸਾਰੀ ਖੁੱਲ੍ਹ ਚੁੱਕੀ ਹੈ। ਬਾਕੀ ਜਿੱਦਾਂ ਪ੍ਰਸ਼ਾਸਨ ਵੱਲੋਂ ਕੋਈ ਸੰਦੇਸ਼ ਆਊਗਾ ਉਸ ਹਿਸਾਬ ਨਾਲ ਅਸੀਂ ਪਾਲਣਾ ਕਰਾਂਗੇ। ਹੁਣ ਜਿਹੜੀ ਔਡ ਈਵਨ ਦੇ ਹਿਸਾਬ ਦੇ ਨਾਲ ਗੱਲ ਕੀਤੀ ਜਾ ਰਹੀ, ਤੁਹਾਨੂੰ ਕੀ ਲੱਗਦਾ ਕਿ ਔਡ ਈਵਨ ਬਿਲਕੁਲ ਸਹੀ ਚੱਕਿਆ ਹੋਇਆ ਸਰਕਾਰ ਦੇ ਵੱਲੋਂ ਕਦਮ ਕਿ ਨਹੀਂ? ਦੇਖੋ, ਓਡ ਈਵਨ ਇੱਦਾਂ ਨਾ, ਸਰਕਾਰ ਇਸ ਟਾਈਮ ਬਹੁਤ ਜ਼ਿਆਦਾ ਫਸੀ ਹੋਈ ਹੈ। ਠੀਕ ਹੈ, ਮਾਰਕੀਟਾਂ ਪੂਰੀਆਂ ਖੋਲ੍ਹ ਦਿੱਤੀਆਂ ਗਈਆਂ, ਰਸ਼ ਵੱਧ ਗਿਆ। ਹੁਣ ਜੇ ਜਾਂ ਤਾਂ ਸਰਕਾਰ ਮੁਕੰਮਲ ਲੋਕਡਾਊਨ ਲਾਊਗੀ, ਉਹਦੀ ਬਜਾਏ ਉਹ ਚਾਹੁੰਦੀ ਹੈ ਵੀ ਥੋੜ੍ਹਾ ਥੋੜ੍ਹਾ ਬਿਜ਼ਨਸ ਸਭ ਦਾ ਚੱਲੀ ਜਾਵੇ, ਰੋਜ਼ੀ ਰੋਟੀ ਸਭ ਨੂੰ ਮਿਲਦੀ ਰਹੇ। ਪਰ ਮੁਕੰਮਲ ਲੋਕਡਾਊਨ ਲਾਉਣ ਦੀ ਬਜਾਏ 2-2 3-3 ਦਿਨ ਸਭ ਨੂੰ ਦੁਕਾਨਾਂ ਖੋਲ੍ਹਣ ਨੂੰ ਮਿਲ ਜਾਣ ਤੇ ਅਗਲੇ ਦਾ ਦਾਲ ਫੁਲਕਾ ਚੱਲੀ ਜਾਊਗਾ। ਬਾਕੀ ਇਹ ਵੀ ਪ੍ਰੋਬਲਮ ਉਹਨਾਂ ਵਾਸਤੇ ਹੈ ਮੇਨ, ਜਿਹੜੇ ਵਿਚਾਰੇ ਦੁਕਾਨਦਾਰ ਕਿਰਾਏ 'ਤੇ ਨੇ, ਜਿਨ੍ਹਾਂ ਨੂੰ ਆਪਣਾ ਕਿਰਾਇਆ ਸੇਲ ਇੰਨੀ ਕੁ ਹੈ ਕਿ ਆਪਣਾ ਕਿਰਾਇਆ ਕੱਢਣਾ ਬਹੁਤ ਔਖਾ। ਜੇ ਮੇਰੀ ਆਪਣੀ ਦੁਕਾਨ ਹੈ ਤੇ ਮੇਰੇ ਸ਼ਾਮ ਨੂੰ ਦਾਲ ਫੁਲਕਾ ਚੱਲ ਜਾਂਦਾ, ਜੇ ਮੈਂ ਕਿਰਾਏ 'ਤੇ ਹੋਵਾਂ ਤੇ ਮੇਰਾ ਤਾਂ ਕਿਰਾਇਆ ਵੀ ਨਾ ਨਿਕਲੇ। ਬਹੁਤ ਔਖਾ ਸਮਾਂ ਹੈ। ਪਰ ਇਹ ਆ ਵੀ ਸਰਕਾਰ ਵਾਸਤੇ ਸਾਨੂੰ ਸੋਚਣਾ ਵੀ ਪੈਣਾ, ਆਪਣੇ ਪ੍ਰਤੀ ਵੀ ਸੋਚਣਾ ਪੈਣਾ। ਜੇ ਸਰਕਾਰ ਕੁਝ ਸਖਤ ਕਦਮ ਉਠਾ ਰਹੀ ਹੈ ਤਾਂ ਉਹ ਸਾਡੇ ਫਾਇਦੇ ਲਈ ਉਠਾ ਰਹੀ ਹੈ। ਸੈਟਰਡੇ ਸੰਡੇ ਦੀ ਗੱਲ ਕੀਤੀ ਜਾਵੇ, ਸੈਟਰਡੇ ਸੰਡੇ ਦੇ ਉੱਤੇ ਤੁਹਾਡੇ ਕੀ ਵਿਚਾਰ ਨੇ? ਸੈਚਰਡੇ ਸੰਡੇ ਦੇਖੋ ਜੀ, ਸਰਕਾਰ ਦਾ ਜਿਹੜਾ ਫੈਸਲਾ ਹੈ ਕਿ ਐਸੈਂਸ਼ੀਅਲ ਖੁੱਲ੍ਹਣਾ ਚਾਹੀਦਾ, ਉਹ ਬਿਲਕੁਲ ਗਲਤ ਹੈ। ਕਰਿਆਨਾ ਦੇਖੋ, ਇਹ ਹਰ ਬੰਦੇ ਦੇ ਘਰ ਦੇ ਅੰਦਰ 2 ਦਿਨ ਦੀ ਰੋਟੀ ਤਾਂ ਹੁੰਦੀ ਹੈ, ਜਿਸ ਕਰਕੇ ਜ਼ਰੂਰੀ ਨਹੀਂ ਹੈ ਕਿ ਕਰਿਆਨਾ ਖੁੱਲ੍ਹਣਾ ਚਾਹੀਦਾ। ਕਰਿਆਨਾ ਖੁੱਲ੍ਹੇਗਾ, ਕਰਿਆਨੇ ਦੇ ਬਹਾਨੇ ਅਗਲਾ ਮਾਰਕੀਟ 'ਚ ਆਏਗਾ, ਨਿਕਲੇਗਾ, ਬਿਨਾਂ ਮਤਲਬ ਤੋਂ ਲੋਕੀ ਦੇਖਣ ਨੂੰ ਫਿਰਨਗੇ ਕਿਹੜਾ ਬਾਜ਼ਾਰ ਖੁੱਲ੍ਹਾ ਕਿਹੜਾ ਬੰਦ ਹੈ, ਜਿਹਦਾ ਕੋਈ ਮਤਲਬ ਨਹੀਂ ਬਣਦਾ। ਕਰਿਆਨਾ ਹਰ ਬੰਦੇ ਦੇ ਘਰੇ ਹੁੰਦਾ। ਹੁਣ ਐਤਕੀ ਸ਼ਨੀਵਾਰ ਨੂੰ ਇਤਵਾਰ ਨੂੰ ਮਾਰਕੀਟ 'ਚ ਬਿਲਕੁਲ ਸੁੰਨਸਾਨ ਸੀ, ਕੋਈ ਗਾਹਕ ਨਹੀਂ ਸੀ, ਕਿਉਂਕਿ ਲੋਕਾਂ ਨੂੰ ਪਤਾ ਸ਼ਨੀ ਇਤਵਾਰ ਨੂੰ ਲੋਕਡਾਊਨ ਹੈ। ਜੇ ਦੁਕਾਨਾਂ ਖੋਲ੍ਹਣ ਨੂੰ ਸਰਕਾਰ ਦੇਊਗੀ ਤੇ ਲੋਕੀ ਬਹਾਨੇ ਸਿਰ ਨਿਕਲਣਗੇ। ਸੋ ਇਸ ਕਰਕੇ ਕਰਿਆਨਾ ਵੀ ਬੰਦ ਹੋਣਾ ਚਾਹੀਦਾ ਸ਼ਨੀ ਇਤਵਾਰ। ਗੱਲ ਕਰੀਏ ਆਪਾਂ ਬਿਜ਼ਨਸ ਦੇ ਬਾਰੇ, ਤਾਂ ਅਨਲੌਕ ਦੇ ਵਿੱਚ ਜਿਹੜੇ ਆ ਟਾਈਮਿੰਗ ਦਿੱਤੀ ਗਈ ਸੀ ਸਰਕਾਰ ਦੇ ਵੱਲੋਂ ਕਿ 9 ਵਜੇ ਤੱਕ ਖੋਲ੍ਹ ਸਕਦੇ ਹੋ, ਫਿਰ 8 ਵਜੇ ਕਰਤੀ, ਫਿਰ 6:30 ਵਜੇ ਤੱਕ ਕਰਤੀ। ਤਾਂ ਬਿਜ਼ਨਸ ਕਿਸ ਤਰੀਕੇ ਦੇ ਨਾਲ ਚੱਲ ਰਿਹਾ? ਕਿਸੇ ਤਰੀਕੇ ਨਾਲ ਕਮਾਈ ਹੋ ਰਹੀ ਹੈ ਮਾੜੀ ਮੋਟੀ ਵੀ? ਦੇਖੋ, ਸਰਕਾਰ ਨੇ ਇਹ ਤਾਂ ਜ਼ਰੂਰ ਕਹਿ ਦਿੱਤਾ ਕਿ 7 ਵਜੇ ਸ਼ਾਮ ਨੂੰ ਕਰਫਿਊ ਲੱਗ ਜੂਗਾ, ਸਵੇਰੇ 5 ਵਜੇ ਤੱਕ। ਦੁਕਾਨਾਂ ਦੇ ਮਾਰਕੀਟਾਂ ਦੇ ਵਿੱਚ ਸਵੇਰ ਤੋਂ ਹੀ ਕਰਫਿਊ ਲੱਗ ਜਾਂਦਾ। ਮਾਰਕੀਟ ਦੇ ਵਿੱਚ ਗਾਹਕ ਤਾਂ ਸਵੇਰੇ ਨਹੀਂ ਆਉਂਦਾ। ਸਵੇਰੇ 7 ਵਜੇ ਤੋਂ 5 ਵਜੇ ਕਰਫਿਊ ਸ਼ੁਰੂ ਹੁੰਦਾ, ਖਤਮ ਹੋ ਜਾਂਦਾ, ਤੇ ਉਸ ਤੋਂ ਬਾਅਦ ਫਿਰ ਕਰਫਿਊ ਹੈ। ਕਿਉਂਕਿ ਮਾਰਕੀਟ ਦੇ ਵਿੱਚ ਗਾਹਕ ਹੀ ਨਹੀਂ ਆਉਣਾ। ਸਾਰਾ ਦਿਨ ਅਸੀਂ ਵਿਹਲੇ ਬਹਿ ਕੇ ਬੈਠੇ ਰਹਿਣਾ, ਕੰਮ ਤਾਂ ਹੋਣਾ ਨਹੀਂਗਾ। ਬਿਲਕੁਲ ਹੀ ਵਿਹਲੇ ਬੈਠੇ ਆ। ਅੱਜ ਦੀ ਡੇਟ ਦੇ ਵਿੱਚ ਲੋਕੀ ਕਹਿੰਦੇ ਸੀਗੇ ਆਮਦਨੀ 8 ਨਹੀਂ ਖਰਚਾ ਰੁਪਈਆ, ਤੇ ਮੇਰੇ ਹਿਸਾਬ ਨਾਲ ਅੱਜ ਦੀ ਡੇਟ 'ਚ 25 ਪੈਸੇ ਵੀ ਸੇਲ ਨਹੀਂ ਹੈ ਤੇ ਖਰਚਾ 2 ਰੁਪਏ ਹੋ ਗਿਆ ਹੋਇਆ। ਬੁਰਾ ਹਾਲ ਹੈ ਮਾਰਕੀਟ ਦਾ। ਕੰਮ ਕਾਜ ਦੀ ਪੂਰੀ, ਮੈਂ ਕਹਿੰਦਾ ਮਾਰਕੀਟਾਂ ਪੂਰੀਆਂ ਖਾਲੀਆਂ ਪਈਆਂ। ਮਾਡਲ ਟਾਊਨ ਮਾਰਕੀਟ ਦੇ ਵਿੱਚ ਕਾਫੀ ਦੁਕਾਨਾਂ ਇਦਾਂ ਦੀਆਂ ਨੇ ਜਿਹੜੀਆਂ ਕਿ ਬੰਦ ਹੋ ਚੁੱਕੀਆਂ ਹੋਈਆਂ। ਪੂਰੀਆਂ ਦੁਕਾਨਾਂ ਬੰਦ ਹੋ ਚੁੱਕੀਆਂ ਹੋਈਆਂ। ਅਗਲੇ ਨਾ ਤਾਂ ਕਿਰਾਇਆ ਦੇ ਸਕਦੇ ਆ, ਨਾ ਤਾਂ ਘਰ ਦੇ ਖਰਚੇ ਚਲਾ ਸਕਣ। ਦੱਸੋ ਅਗਲਾ ਕੀ ਕਰੇਗਾ? ਐਂਡ ਤੇ ਆ ਕੇ ਅਗਲਾ ਇਹੀ ਕਰੇਗਾ ਕਿ ਚਲੋ ਜੀ ਦੁਕਾਨ ਬੰਦ ਕਰਕੇ ਘਰੇ ਬਹਿ ਜੰਨੇ। ਕਿ ਸਰਕਾਰ ਨੂੰ ਚਾਹੀਦਾ ਜਿਹੜੀਆਂ ਇਹ ਪਲੈਨਿੰਗਾਂ ਕਰਦੀ ਹੈ, ਲੋਕਡਾਊਨ ਲਾਓ ਜਾਂ ਸ਼ਨੀਵਾਰ ਐਤਵਾਰ ਬੰਦ ਕਰੋ, ਕੋਈ ਇਦਾਂ ਦਾ ਵਿਚਾਰ ਵਾਸਤੇ ਨਹੀਂ ਕੋਈ ਕਮੇਟੀ ਬਿਠਾਈ ਜਾਂਦੀ ਜਿਹਦੇ ਵਿੱਚੋਂ ਦੱਸਣ ਕਿ ਬਿਜ਼ਨਸਮੈਨ ਦੁਕਾਨਦਾਰਾਂ ਦਾ ਕਿਰਾਇਆ ਕੋਈ ਮਾਫ ਕਰ ਦਿਓ, ਕੋਈ ਬਿਜਲੀ ਬਿੱਲ ਮਾਫ ਕਰ ਦਿਓ, ਕੋਈ ਟੈਕਸ ਦੇ ਵਿੱਚ ਰਿਆਇਤਾਂ ਦੇ ਦਿਓ। ਕਿ ਇਸ ਵਾਸਤੇ ਕੋਈ ਵਿਚਾਰ ਵਟਾਂਦਰਾ ਨਹੀਂ ਹੈ। ਵਿਚਾਰ ਵਟਾਂਦਰਾ ਸਿਰਫ ਇਸੇ ਵਾਸਤੇ ਹੀ ਹੁੰਦਾ ਹੈ ਕਿ ਦੁਕਾਨ ਬੰਦ ਕਰ ਦਿਓ, 6-7 ਵਜੇ ਕਰਫਿਊ ਲਾ ਦਿਓ, ਉਸ ਤੋਂ ਬਾਅਦ ਤੁਸੀਂ ਇੰਨੇ ਵਜੇ ਸ਼ਨੀਵਾਰ ਐਤਵਾਰ ਬੰਦ ਕਰ ਦਿਓ। ਕਿ ਜਿਸ ਬੰਦੇ ਨੂੰ ਪਤਾ ਲੋਕਡਾਊਨ ਹੈ, ਸ਼ਨੀਵਾਰ ਐਤਵਾਰ ਲੋਕਡਾਊਨ ਹੈ, ਕਿ ਸ਼ੁੱਕਰਵਾਰ ਰਾਸ਼ਨ ਨਹੀਂ ਖਰੀਦ ਸਕਦਾ, ਸ਼ੁੱਕਰਵਾਰ ਦੁੱਧ ਪਾਣੀ ਨਹੀਂ ਖਰੀਦ ਸਕਦਾ, ਸਭ ਖਰੀਦਦਾ। ਫਿਰ ਇਹ ਐਸੈਂਸ਼ੀਅਲ ਸਰਵਿਸਾਂ ਖੋਲ੍ਹ ਦਿੱਤੀਆਂ ਨੇ ਦੂਰੀਆਂ। ਕਿ ਜਿਸ ਬੰਦੇ ਨੂੰ ਪਤਾ ਲੋਕਡਾਊਨ ਆਪਣੇ ਘਰ 2 ਦਿਨ ਪਹਿਲਾਂ ਰਾਸ਼ਨ ਲੈ ਕੇ ਰੱਖ ਲਵੇਗਾ। ਇਹ ਤਾਂ ਜਾਣ ਕੇ ਸਭ ਇਹ ਪਲੈਨਿੰਗਾਂ ਨਾਲ ਹੀ ਕੰਮ ਹੋ ਰਿਹਾ। ਠੇਕੇ ਸਾਰ ਨੂੰ ਰਾਤ ਨੂੰ ਮੈਂ ਕਹਿੰਦਾ ਵਾ 11 ਵਜੇ ਵੀ ਠੇਕੇ ਸਪਲਾਈ ਸ਼ਰਾਬ ਹੁੰਦੀ ਹੈ। ਕਿਉਂ ਨਹੀਂ ਕਾਰਵਾਈ ਕਰਦੀ ਪੁਲਿਸ ਇਹਨਾਂ 'ਤੇ? ਕਰੇ ਕਾਰਵਾਈ। ਸਾਰੇ ਚੈਨਲਾਂ 'ਤੇ ਚੱਲਦਾ, ਸ਼ਾਮ ਨੂੰ ਸਾਰੇ ਠੇਕੇ ਖੁੱਲ੍ਹੇ ਜਾਂਦੇ ਨੇ, ਫਿਰ ਵੀ ਕੋਈ ਉਸ 'ਤੇ ਐਕਸ਼ਨ ਨਹੀਂ ਹੁੰਦਾ। ਇਹਨਾਂ ਨੂੰ ਮੈਂ ਚਾਹੁੰਦਾ ਵਾ ਇਹਦੇ 'ਤੇ ਪੂਰਾ ਕੋਈ ਐਕਸ਼ਨ ਲੈਣਾ ਚਾਹੀਦਾ। ਜ਼ਿਆਦਾ ਦੁਕਾਨਾਂ ਪ੍ਰੋਪਰ 15 ਦਿਨ ਵਾਸਤੇ ਲੋਕਡਾਊਨ ਲਾ ਦਿਓ। ਇਹ ਮੇਰੇ ਹਿਸਾਬ ਨਾਲ ਇੱਕ ਡਰਾਮਾ ਕਹਿ ਸਕਦੇ ਹਾਂ ਆਪਾਂ ਕਿ ਓਡ ਐਂਡ ਈਵਨ ਵਾਲਾ ਕਨਫਿਊਜ਼ਨ ਹੈ। ਡਰਾਮੇ ਦੀ ਜਿਹੜੀ ਗੱਲ ਕਰ ਰਹੇ ਹੋ ਤੁਸੀਂ, ਸ਼ਨੀਵਾਰ ਐਤਵਾਰ ਦੀ ਤੁਸੀਂ ਗੱਲ ਕਰ ਰਹੇ ਹੋ, ਤਾਂ ਬਹੁਤ ਸਾਰੀਆਂ ਜਿਹੜੀਆਂ ਗੁਆਂਢੀ ਸਟੇਟਸ ਨੇ ਆਪਣੀਆਂ, ਤਾਂ ਇਹ ਵੀਕਐਂਡ ਲਾਕਡਾਊਨ ਜਿਹੜਾ ਉਹ ਵੀ ਫੋਲੋ ਕਰਨ ਲੱਗ ਗਏ ਨੇ ਇਸ ਦਿਨ ਤਾਂ। ਦੇਖੋ ਸਰ, ਓਡ ਐਂਡ ਈਵਨ ਦੇ ਵਿੱਚ ਜਾਂ ਤਾਂ ਮੇਰੀ ਗੱਲ ਸੁਣੋ, ਪਤਾ ਕੀ ਚੱਕਰ ਹੈ, ਹਲੇ ਤੱਕ ਤਾਂ ਪਹਿਲਾਂ ਤਾਂ ਕਨਫਿਊਜ਼ਨ ਇੰਨੀ ਕੁ ਹੈ ਓਡ ਐਂਡ ਈਵਨ ਦੀ ਨਹੀਂ, ਮੈਂ ਸ਼ਨੀਵਾਰ ਐਤਵਾਰ ਦੀ ਗੱਲ ਕਰ ਰਿਹਾ ਵੀ ਉਹ ਫੋਲੋ ਜ਼ਰੂਰ ਕਰ ਰਹੇ ਨੇ, ਨਾਲ ਦੀਆਂ ਸਟੇਟ ਵੀ ਫੋਲੋ ਕਰਨ ਲੱਗ ਗਏ ਨੇ ਇਸ ਨੂੰ।
ਸਰ ਉਹ ਤਾਂ ਦੇਖੋ ਜੇ ਹੁਣ ਸਰਕਾਰ ਨੇ ਜੇ ਕੋਈ ਚੀਜ਼ ਅਨਾਉਂਸ ਕੀਤੀ ਹੈ ਤੇ ਉਹਨਾਂ ਨੂੰ ਕਰਨਾ ਪੈਣਾ। ਕਰ ਤਾਂ ਇੱਥੇ ਵੀ ਰਹੇ ਹੈ, ਕਰ ਤਾਂ ਅਸੀਂ ਵੀ ਰਹੇ ਹਾਂ, ਦੁਕਾਨਾਂ ਤਾਂ ਅਸੀਂ ਵੀ ਬੰਦ ਕੀਤੀਆਂ, ਪਰ ਕੀ ਕਰੀਏ ਹੁਣ ਮਜਬੂਰੀ ਹੈ, ਕਰਨਾ ਪੈਣਾ, ਸਾਰਿਆਂ ਦੇ ਨਾਲ ਚੱਲਣਾ ਪੈਣਾ। ਪਰ ਜਦ ਤੱਕ ਸਰਕਾਰ ਨੂੰ ਜਾਵੇ ਨਾ ਕਿ ਜੇ ਸ਼ਨੀਵਾਰ ਐਤਵਾਰ ਜੇ ਦੁਕਾਨਾਂ ਬੰਦ ਕਰਨੀਆਂ ਕੁਝ ਇਸ ਵਾਸਤੇ ਵੀ ਰਿਆਇਤ ਦੇਵੇ, ਬੰਦੇ ਨੇ ਤਨਖਾਹ, ਬੰਦੇ ਨੇ ਕਿਰਾਏ ਵੀ ਦੇਣੇ ਦੁਕਾਨਾਂ ਦੇ। ਜੇ ਬੰਦੇ ਨੇ ਸ਼ਨੀਵਾਰ ਐਤਵਾਰ ਦੁਕਾਨਾਂ ਬੰਦ ਕਰਤੀਆਂ 15-16 ਦਿਨ ਦੁਕਾਨਾਂ ਖੋਲ੍ਹਣੀਆਂ, ਕਵੇ 15-16 ਦਿਨ ਦਾ ਕਿਰਾਇਆ ਦਿਓ ਮਕਾਨ ਮਾਲਕ ਨੂੰ, ਕਵੇ 15-16 ਦਿਨ ਦਾ ਬਿਜਲੀ ਦਾ ਬਿੱਲ ਦਿਓ। ਇਹਦਾ ਕੀ ਕਹਿਣਾ? 30 ਦਿਨ ਦੀ ਤਨਖਾਹਾਂ ਵੀ ਦੇਣੀਆਂ, 30 ਦਿਨ ਦੇ ਅਸੀਂ ਬਿਜਲੀ ਦੇ ਬਿੱਲ ਵੀ ਦੇਣੇ ਤੇ 30 ਦਿਨ ਦੇ ਕਿਰਾਏ ਵੀ ਦੇਣੇ। ਗਲਾ ਤਾਂ ਸਾਡਾ ਘੁੱਟਿਆ ਗਿਆ, ਗਲਾ ਤਾਂ ਸਾਡਾ ਘੁੱਟਿਆ ਜਾ ਰਿਹਾ ਨਾ, ਇੱਕ ਦੁਕਾਨਦਾਰ ਦਾ ਗਲਾ ਘੁੱਟਿਆ ਜਾ ਰਿਹਾ। ਕਿਉਂ ਬੰਦਾ ਕੀ ਕਰੇਗਾ ਐਂਡ ਤੇ? ਮੇਰੇ ਹਿਸਾਬ ਨਾਲ ਜਿੰਨੇ ਬੰਦੇ ਕਰੋਨਾ ਨਾਲ ਮਰ ਰਹੇ ਆ ਉਹਨੇ ਬੰਦੇ ਦੂਜੇ ਬੰਦੇ ਇਹਦੇ ਬੇਰੁਜ਼ਗਾਰੀ ਨਾਲ ਹੀ ਮਰ ਰਹੇ ਆ, ਜਿਹਦੇ ਨਾਲ ਉਹਨਾਂ ਦੀ ਇਹਦੇ ਨਾਲ ਇਹ ਬੰਦੇ ਦੀ ਘਰ ਦੀ ਇਹਨਾਂ ਦੇ ਹਾਲਾਤ ਮਾੜੇ ਹੋ ਚੁੱਕੇ, ਇੰਨੀਆਂ ਮੌਤਾਂ ਉਹਨਾਂ ਦੀ ਵੀ ਹੋ ਰਹੀਆਂ ਨੇ। ਪਰ ਫਰਕ ਇਹ ਹੈ ਉਹ ਲਿਸਟ ਵਿੱਚ ਨਹੀਂ ਆ ਰਿਹਾ, ਉਹ ਲਿਸਟ ਵਿੱਚ ਨਹੀਂ ਆ ਰਿਹਾ, ਉਹਨਾਂ ਦਾ ਡਾਟਾ ਨਹੀਂ ਨੋਟ ਹੋ ਰਿਹਾ ਕਿੰਨੇ ਬੰਦੇ ਕਿਹਦੇ ਨਾਲ ਮਰ ਰਹੇ। ਕਰੋਨਾ ਦਾ ਡਾਟਾ ਜ਼ਰੂਰ ਨੋਟ ਹੋ ਰਿਹਾ। ਮੇਰੇ ਹਿਸਾਬ ਨਾਲ ਬੰਦੇ ਪੋਜ਼ਿਟਿਵ ਵੀ ਤਾਂ ਆ ਰਹੇ ਆ ਕਿਉਂਕਿ ਉਹਨਾਂ ਦੇ ਘਰ ਦੇ ਹਾਲਾਤ ਮਾੜੇ ਹੋ ਗਏ ਤੇ ਉਹ ਟੈਨਸ਼ਨਾਂ ਲੈ ਕੇ ਹੀ ਬੰਦੇ ਨੂੰ ਕਰੋਨਾ ਹੋ ਗਿਆ। ਅਸੀਂ ਗੱਲ ਕਰੀ ਜਾਵੇ ਹੁਣ ਦੁਬਾਰਾ ਤੋਂ ਖਰਚਿਆਂ ਦੀ, ਤਾਂ ਜਿਹੜੇ ਮਾਰਕੀਟ ਦੇ ਹੁਣ ਖਰਚੇ ਹੁੰਦੇ ਨੇ, ਜਿਵੇਂ ਕਹਿ ਦਈਏ ਕਿ ਬਿਜਲੀ ਦਾ ਹੋ ਗਿਆ ਜਾਂ ਹੋਰ ਬਾਕੀ ਹੋ ਗਿਆ, ਤਾਂ ਤੁਹਾਡੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਉਹਨੂੰ ਵੀ ਕਵਰ ਕਰਨ ਦੇ ਲਈ ਸਾਨੂੰ ਥੋੜ੍ਹਾ ਬਹੁਤ ਟਾਈਮ ਮਿਲਣਾ ਚਾਹੀਦਾ ਹੈ। ਲੇਕਿਨ ਅਗਰ ਮੰਨ ਲਓ ਆਪਾਂ ਹੁਣ ਸ਼ਨੀਵਾਰ ਐਤਵਾਰ ਨੂੰ ਵੀ ਖੋਲ੍ਹ ਦਿੰਦੇ ਹਾਂ, ਸਰਕਾਰ ਦੇ ਵੱਲੋਂ ਕਿਹਾ ਜਾਂਦਾ ਕਿ ਇਕੱਠ ਹੋਣ ਦੇ ਬਹੁਤ ਜ਼ਿਆਦਾ ਖਤਰਾ ਵੱਧ ਜਾਂਦਾ ਆ, ਵੀ ਇਸ ਤਰੀਕੇ ਨਾਲ ਤੁਹਾਡੇ ਉਹਦੇ ਵੀ ਕੀ ਵਿਚਾਰ ਨੇ? ਸਰ ਅਸੀਂ ਸ਼ਨੀਵਾਰ ਖੋਲ੍ਹਣ ਦੇ ਬਿਲਕੁਲ ਹੱਕ 'ਚ ਨਹੀਂ ਹੈਗੇ। ਸਰਕਾਰ ਨੇ ਬੰਦ ਕਰਨਾ, ਮੁਕੰਮਲ ਲੋਕਡਾਊਨ ਰੱਖੇ ਜਿਹਦਾ ਕੋਈ ਫਾਇਦਾ ਵੀ ਹੋਵੇ। ਹੁਣ ਉਹ ਕਹਿੰਦੇ ਆ ਕਰੋਨਾ ਇੱਕ ਸਰਵਿਸ ਤੇ 2 ਦਿਨ ਰਹਿੰਦਾ ਜਾਂ 1.5 ਦਿਨ ਰਹਿੰਦਾ। ਜੇ ਕੋਈ ਬੰਦਾ ਕਰੋਨਾ ਵਾਲਾ ਬਾਜ਼ਾਰ 'ਚ ਘੁੰਮ ਰਿਹਾ, ਉਹਨੇ ਕਿਤੇ ਉਹ ਵਾਇਰਸ ਛੱਡਤਾ ਤੇ ਜੇ ਸ਼ਨੀਵਾਰ ਨੂੰ ਬਾਜ਼ਾਰ ਬੰਦ ਹੈ ਤਾਂ ਉਹਦੇ ਨਾਲ ਕੁਝ ਠੱਲ ਪੈਂਦੀ ਹੈ। ਪਰ ਬਸ਼ਰਤੇ ਐਸੈਂਸ਼ੀਅਲ ਵਾਲਾ ਡਰਾਮਾ ਬੰਦ ਕੀਤਾ ਜਾਵੇ। ਉਹਦੀ ਆੜ 'ਚ ਠੇਕੇ ਖੋਲ੍ਹਤੇ, ਠੇਕਿਆਂ ਤੋਂ ਰੈਵਨਿਊ ਆਉਂਦਾ, ਬਾਕੀ ਦੁਕਾਨਦਾਰਾਂ ਦੇ ਰੈਵਨਿਊ ਦੀ ਕੋਈ ਪਰਵਾਹ ਨਹੀਂ ਹੈ, ਉਹਨਾਂ ਦਾ ਕੋਈ ਫਰਕ ਨਹੀਂ ਹੈ। ਸਰਕਾਰ ਨੇ ਆਪਣੇ ਲਾਲਚ ਵੇਖਣਾ, ਸਿਰਫ ਸਰਕਾਰ ਨੂੰ ਪਬਲਿਕ ਨਾਲ ਕੋਈ ਮਤਲਬ ਨਹੀਂ ਹੈ। ਤੁਹਾਡੇ ਵੱਲੋਂ ਹੁਣ ਡਿਮਾਂਡ ਕੀ ਹੈ ਹੁਣ ਸਰਕਾਰ ਨੂੰ? ਉਹ ਸਾਡੇ ਵੱਲੋਂ ਡਿਮਾਂਡ ਇਹ ਹੈ ਜੇ ਸ਼ਨੀਵਾਰ ਦਾ ਲੋਕਡਾਊਨ ਲਾਉਣਾ ਹੈ, ਉਹਨੂੰ ਮੁਕੰਮਲ ਲੋਕਡਾਊਨ ਐਜ਼ ਅ ਕਰਫਿਊ ਲਿਆ ਜਾਵੇ ਤਾਂ ਕਿ ਲੋਕ ਘਰਾਂ 'ਚ ਟਿਕ ਕੇ ਬੈਠਣ। ਤਰਨਤਾਰਨ ਐਸਐਸਪੀ ਸਾਹਿਬ ਨੇ ਲਾਇਆ, ਉਹਨਾਂ ਨੇ ਸ਼ਨੀਵਾਰ ਜਿਹੜਾ ਹੈਗਾ ਟੋਟਲ ਕਰਫਿਊ ਰੱਖਿਆ ਗਿਆ। ਇੱਕ ਵਧੀਆ ਅਫਸਰ ਦੀ ਇਹੀ ਪਛਾਣ ਆ ਕਿ ਉਹ ਸਭ ਦੇ ਲਈ ਇੱਕੋ ਜਿਹਾ ਸੋਚੇ। ਜੇ ਉਹਨਾਂ ਦੀ ਸੋਚ ਹੈ ਕਿ ਬਿਮਾਰੀ ਨੂੰ ਠੱਲ ਪਾਉਣੀ ਹੈ ਤੇ ਉਹਦੇ 'ਚ ਐਸੈਂਸ਼ੀਅਲ ਵਾਲਾ ਕੰਮ ਨਹੀਂ ਹੋਣਾ ਚਾਹੀਦਾ। 5 ਦਿਨ ਕਰਿਆਨੇ ਖੁੱਲ੍ਹੇ ਲੋਕੀ ਲੈ ਸਕਦੇ ਆ। ਇਹ ਤਾਂ ਨਹੀਂ ਕਿ ਆਪਾਂ ਸ਼ਨੀਵਾਰ ਨੂੰ ਹੀ ਕਰਿਆਨਾ ਖਰੀਦਣਾ, ਉਹਦੇ ਬਹਾਨੇ ਨਾਲ ਲੋਕੀ ਸੜਕਾਂ 'ਤੇ ਤੁਰੇ ਫਿਰਦੇ ਆ। ਜੇ ਅਸੀਂ ਸ਼ਨੀਵਾਰ ਨੂੰ ਦੁਕਾਨਾਂ ਆਪਣੀਆਂ ਬੰਦ ਰੱਖਦੇ ਹਾਂ, ਅਸੀਂ ਘਰੇ ਰਹਿੰਦੇ ਹਾਂ, ਅਸੀਂ ਬਾਹਰ ਨਹੀਂ ਨਿਕਲਦੇ। ਲੋਕਾਂ ਨੂੰ ਮੌਕਾ ਹੀ ਨਾ ਦਿਓ ਲੋਕੀ ਨਿਕਲਣ ਘਰੋਂ ਬਾਹਰ। ਸਰਕਾਰਾਂ ਨੂੰ ਇਸ ਚੀਜ਼ ਬਾਰੇ ਸੋਚਣਾ ਚਾਹੀਦਾ, ਇਕੱਲਾ ਆਪਣਾ ਰੈਵਨਿਊ ਨਹੀਂ। ਜੇ ਆਪਾਂ ਕੋਈ ਸਟ੍ਰਿਕਟ ਐਕਸ਼ਨ ਕਿਸੇ ਚੀਜ਼ 'ਤੇ ਲੈ ਰਹੇ ਹਾਂ ਤੇ ਉਹਨੂੰ ਐਨਾਲਾਈਸਿਸ ਕਰਕੇ ਉਸ ਹਿਸਾਬ ਨਾਲ ਚੱਲਣਾ ਚਾਹੀਦਾ। ਉੱਥੇ ਹੋਟਲ ਇੰਡਸਟਰੀ ਦੇ ਲੋਕ ਵੀ ਮੌਜੂਦ ਉਹਨਾਂ ਨਾਲ ਗੱਲਬਾਤ ਕਰਦੇ ਆ। ਸਰ, ਹੋਟਲ ਇੰਡਸਟਰੀਜ਼ ਦਾ ਕੀ ਹੁਣ ਹਾਲ ਚਾਲ ਹੈ ਇਸ ਵੇਲੇ? ਹੋਟਲ ਇੰਡਸਟਰੀਜ਼ ਦਾ ਬਹੁਤ ਬੁਰਾ ਹਾਲ ਹੈ ਇਸ ਟਾਈਮ ਜੀ। ਹੁਣ ਜਿਹੜਾ ਇਹਨਾਂ ਨੇ ਆਰਡਰ ਦੇ ਈਵਨ ਕਰਤਾ ਹੈ, ਹੁਣ ਤੁਸੀਂ ਦੇਖੋ ਕਿ ਇਹਦੇ ਨਾਲ ਹੋਟਲ ਦੇ ਵਿੱਚ ਜਾਂ ਰੈਸਟੋਰੈਂਟ ਦੇ ਵਿੱਚ ਜਾਂ ਰਿਜ਼ੋਰਟ ਦੇ ਵਿੱਚ ਜਾਂ ਸ਼ਾਦੀਆਂ ਦੇ ਵਿੱਚ ਉਹ ਹੁਣ ਕਿਵੇਂ ਜਾਣਗੇ ਜੀ? ਉਹ ਪਹਿਲੇ ਡਰੇ ਇੰਨੇ ਹੋਏ ਆ। ਤੁਸੀਂ ਪਹਿਲੇ ਨੂੰ ਇੰਨਾ ਡਰਾਤਾ ਸਰਕਾਰ ਨੇ ਕਿ ਇਹ ਆਰਡਰ ਜੀ ਈਵਨ ਹੈ ਜੀ। ਇਹਦੇ ਨਾਲ ਹੋਟਲ ਇੰਡਸਟਰੀ ਵੈਸੇ ਹੀ ਕੰਮ ਨਹੀਂ ਹੁੰਦਾ ਪਿਆ ਪਿਛਲੇ 5 ਮਹੀਨੇ ਤੋਂ। ਰੈਸਟੋਰੈਂਟ ਹੋ ਗਏ, ਹੋਟਲ ਹੋ ਗਏ, ਬੈਂਕਟ ਹਾਲ ਹੋ ਗਏ, ਤੁਸੀਂ ਜਾ ਕੇ ਉਹਨਾਂ ਦਾ ਹਾਲ ਦੇਖੋ ਇਸ ਟਾਈਮ ਕੀ ਹਾਲ ਹੈ ਜੀ। ਕੋਈ ਵੀ ਕਿਤੇ ਫੰਕਸ਼ਨ ਨਹੀਂ ਹੋ ਰਿਹਾ ਜੀ। ਕੋਈ ਵੀ ਜਿੰਨੇ ਵੀ ਇੱਥੇ ਲੋਕ ਹੈ ਜੀ ਨਾ ਰੈਸਟੋਰੈਂਟ ਜਾਂਦੇ ਪਏ ਆ, ਸਭ ਡਰੇ ਹੋਏ ਆ। ਕਿਉਂਕਿ ਜਿਹੜਾ 50% ਕਿਹਾ ਜਾ ਰਿਹਾ ਸੀ ਕਿ 50% ਕੈਪੈਸਿਟੀ ਹੋਊਗੀ ਸਿਟਿੰਗ ਦੀ ਏਰੀਆ ਦੀ, ਤਾਂ ਉਹਦਾ ਵੀ ਮਤਲਬ ਜਿਹੜਾ ਲਾਸ ਚੱਲਣਾ ਪੈ ਰਿਹਾ ਤੁਹਾਨੂੰ। ਤੁਸੀਂ ਦੇਖੋ ਜੀ ਜਿਹੜਾ ਉਹਨੇ 50% ਕਿਹਾ ਜੀ, ਫਿਰ ਵੀ ਉੱਥੇ ਗਾ ਕੇ ਹੈ ਨਹੀਂ ਗਾ ਸਿਸਟਮ। ਉਹਨਾਂ ਦਾ ਸਿਸਟਮ ਦੇਖੋ ਜਾ ਕੇ ਇੰਡਸਟਰੀ ਦਾ। ਉਹ ਇੱਕ ਤਾਂ ਸ਼ਾਮੀ 7 ਬੰਦ ਹੋ ਜਾਂਦਾ ਜੀ। ਉਹ ਕੋਈ ਉਹਨਾਂ ਦੀ ਪੈਕਿੰਗ ਨਹੀਂ ਹੈ ਜੀ, ਕੋਈ ਕੁਛ ਨਹੀਂ ਹੈ ਜੀ, ਨਾ ਉੱਥੇ ਕੋਈ ਕਸਟਮਰ ਜਾ ਰਿਹਾ। ਬਹੁਤ ਜ਼ਿਆਦਾ ਬੁਰਾ ਹਾਲ ਸਿਸਟਮ ਜੀ ਹੋਟਲ ਇੰਡਸਟਰੀ ਦਾ। ਦੇਖੋ ਜਿਹੜੇ ਹੋਟਲ ਤਾਂ ਹੈਗੇ ਰਿਜ਼ੋਰਟ ਆ, ਦੇਖੋ ਜੀ ਰਿਜ਼ੋਰਟ ਦਾ ਜਿਹੜੇ ਵੱਡੇ ਰਿਜ਼ੋਰਟ ਆ ਉਹਨਾਂ ਦੇ ਖਰਚੇ ਕਿੰਨੇ ਦੇਖੋ ਜੀ ਉਹਨਾਂ ਦੇ। ਉਹਨਾਂ ਦਾ ਦੇਖੋ ਕੋਈ ਇੱਥੇ ਵਿਆਹ ਨਹੀਂ ਹੈ ਜੀ, 50 ਬੰਦਿਆਂ ਦਾ 30 ਬੰਦਿਆਂ ਦਾ ਫੰਕਸ਼ਨ ਹੈ ਜੀ। ਉੱਥੇ ਉਹਨਾਂ ਦੱਸੋ ਉਹਨਾਂ ਨੇ ਕੀ ਕਰਨਾ? ਦੇਖੋ ਜੀ ਉਹਨਾਂ ਦੇ ਕੋਈ ਵੀ ਉੱਥੇ ਨਹੀਂ ਹੋ ਰਿਹਾ ਕੁਛ ਜੀ। ਤੁਸੀਂ ਦੇਖੋ ਇੰਡਸਟਰੀ ਦੇਖੋ, ਸਰਕਾਰ ਨੂੰ ਚਾਹੀਦਾ ਹੈ ਕਿ ਹੋਟਲ ਇੰਡਸਟਰੀ ਨੂੰ ਦੇਖਣਾ ਬਹੁਤ ਜ਼ਰੂਰੀ ਹੈ ਜੀ। ਇਹ ਬਹੁਤ ਬਹੁਤ ਧੰਨਵਾਦ ਜੀ। ਤੋਂ ਅਸੀਂ ਹੁਣ ਗੱਲਬਾਤ ਕੀਤੀ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵੀ ਤੁਹਾਨੂੰ ਦਿਖਾਉਂਦੇ ਮਾਰਕੀਟ ਦੀਆਂ ਇੱਕ ਵਾਰ ਦੁਬਾਰਾ ਤੋਂ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਸ਼ਾਪਸ ਜਿਹੜੀਆਂ ਖੁੱਲੀਆਂ ਤਾਂ ਜ਼ਰੂਰ ਨੇ ਲੇਕਿਨ ਨੰਬਰਿੰਗ ਨਹੀਂ ਕੀਤੀ ਗਈ। ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਨੰਬਰਿੰਗ ਕਰਨ ਦੇ ਲਈ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਦੇ ਵੱਲੋਂ ਪਹਿਲ ਨਹੀਂ ਕੀਤੀ ਗਈ ਕਿਉਂਕਿ ਇਲਾਕੇ ਦੇ ਵਿੱਚ SHOs ਦੇ ਵੱਲੋਂ ਜਿਹੜੇ ਨੰਬਰਿੰਗ ਕੀਤੀ ਜਾਣੀ ਸੀ, ਲੇਕਿਨ ਇਹਨਾਂ ਦਾ ਕਹਿਣਾ ਹੈ ਕਿ ਨੰਬਰਿੰਗ ਹਾਲੇ ਤੱਕ ਨਹੀਂ ਕੀਤੀ ਗਈ। ਔਰ ਦੁਕਾਨਦਾਰ ਦੇ ਜਿਹੜੇ ਉਹਨਾਂ ਦੇ ਵਿੱਚ ਕਨਫਿਊਜ਼ਨ ਇਸ ਗੱਲ ਦੀ ਹੈ ਕਿ ਦੁਕਾਨ ਕਿਸ ਤਰੀਕੇ ਦੇ ਨਾਲ ਅਸੀਂ ਖੋਲੀਏ। ਤਾਂ ਦੁਕਾਨਾਂ ਇਸ ਵੇਲੇ ਹੁਣ ਸਾਰੀਆਂ ਮੌਜੂਦ ਨੇ ਜਿਹੜੀਆਂ ਖੁੱਲੀਆਂ ਨੇ ਇਸ ਜਗ੍ਹਾ ਦੇ ਉੱਤੇ, ਲੇਕਿਨ ਫਿਲਹਾਲ ਇਹੀ ਕਹਿਣਾ ਹੈ ਕਿ
ਕਿਸੇ ਤਰੀਕੇ ਦੇ ਨਾਲ ਕੋਈ ਕਾਰਵਾਈ ਹਲੇ ਨਹੀਂ ਹੋਈ ਹੈਗੀ। ਨੰਬਰਿੰਗ ਵੀ ਨਹੀਂ ਕੀਤੀ ਗਈ ਜਾਂ ਫਿਰ ਕਿਹਾ ਨਹੀਂ ਗਿਆ ਕਿਹੜੀ ਦੁਕਾਨ ਖੋਲ੍ਹਣੀ ਹੈ ਤੇ ਕਿਹੜੀ ਦੁਕਾਨ ਬੰਦ ਕਰਨੀ ਹੈ। ਸੋ ਇਹਨਾਂ ਨੂੰ ਬਹੁਤ ਲਾਸ ਵੀ ਚੱਲਣਾ ਪੈ ਰਿਹਾ ਔਰ ਇਹਨਾਂ ਦਾ ਇਹ ਵੀ ਕਹਿਣਾ ਕਿ ਸਰਕਾਰ ਦੇ ਵੱਲੋਂ ਜੋ ਫੈਸਲੇ ਲਏ ਗਏ ਨੇ ਇਹਨਾਂ ਨੂੰ ਜ਼ਰੂਰ ਚੇਂਜ ਕਰਨਾ ਚਾਹੀਦਾ, ਉਸ 'ਤੇ ਧਿਆਨ ਦੇਣਾ ਚਾਹੀਦਾ ਕਿ ਤਾਂ ਕਿ ਜਿਹੜੇ ਦੁਕਾਨਦਾਰ ਨੇ ਉਹਨਾਂ ਨੂੰ ਲਾਸ ਦੁਆਰਾ ਨਾ ਚੱਲਣਾ ਪਵੇ। ਸੋ ਵਧੇਰੀ ਅਪਡੇਟਸ ਸੀ ਜੁੜੇ ਰਹੋ ਲੁਧਿਆਣਾ ਟਾਈਮਸ ਨਾਲ। ਕੈਮਰਾਮੈਨ ਸਤਵੰਤ ਮਥਾੜੂ ਦੇ ਨਾਲ ਗੁਰਦੀਪ ਸਿੰਘ ਲੰਮੇ, ਲੁਧਿਆਣਾ ਟਾਈਮਸ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।